श्री वाहिगुरु साहिब जीओ। तेरे कवन कवन गुण कह कह गावा, तू साहिब गुणी निधाना। तुमरे महिमा बरन ना सकूं। तू ठाकुर ऊच भगवाना, मैं हर हर नाम तर सोई। ज्यों भावै त्यों राख मेरे साहिब। मैं तुझ बिन अवर ना कोई रहाऊ। मैं तान दीवान तू है मेरे स्वामी। मैं तुझे आगे अरदासो, मैं होर थाऊं नहीं। जिस पै करूं बिनती, मेरा दुख सुख तुध ही पासो। जेता जियो पिंड सब तेरा, तू अंतर जामी पुरख भगवान। दासण दास कहे जन नानक, जेहा तू कराही तेह करी वख्यान। सतनाम श्री वाहिगुरु साहिब जी। आषाढ़ तपंदा तिस लगै, हर नाहना जिन्ना पास। जग जीवन पुरख त्याग कै, मानस संदी आस। आषाढ़ तपंदा तिस लगै,
ਹਰ ਨਾਹਾਨਾ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇਆਸ। ਦੁਇਐ ਭਏ ਵਿਗੁਚੀਐ ਗਾਲ ਪਈਸ ਜਮ ਕੀ ਫਾਂਸ। ਜਿਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ। ਰੈਣ ਵਿਹਾਣੀ ਪਛੋਤਾਣੀ ਉਠ ਚਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਨਾਨਕ ਕੇ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਕੇ ਮਾਲਕ निमानियों के मान गुरु नितानियों के तान गुरु गुरु गरीब निवाज साहिब सतगुरु श्री गुरु ग्रंथ साहिब जी दे पावन और पवित्र चरना कमलों दे विच सभाईमान होए बैठी सजे हुए अमृत वेले दे पावन और पवित्र दीवाना दियां हाजरियां भरना कर रही गुरु प्यारी गुरु सवारी साध संगत जी भागा वाले सतगुरु जी की अपार बख्शिश और रहमत के सदका आपां सारियां नूं गुरु चरणा दे विच जुड़ बैठन दा सुभाग प्राप्त होया। गुरु घर दे कीर्तनियां दे पासों आप सब संगतां ने गुरु चरणा दे विच बैठ के रब्बी बाणी दे इलाही बाणी दे श्री आशा जी दी वार दे कीर्तन सरवण कीते ने। अज
ਵਿਸ਼ੇਸ਼ ਤੌਰ ਤੇ ਹਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸੰਗਰਾਂਦ ਦਾ ਦਿਹਾੜਾ ਹੈ। ਸੋ ਹਰ ਮਹੀਨੇ ਆਪਾਂ ਸਾਰੇ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਉਚਾਰਨ ਕੀਤੀ ਹੋਈ 12 ਮਾਹ ਦੀ ਬਾਣੀ ਔਰ ਜਿਸਮੀ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਆਰੰਭਤਾ ਹੁੰਦੀ ਹੈ, ਆਪਾਂ ਉਸੇ ਮਹੀਨੇ ਦੀ ਵਿਚਾਰ ਜਿਹੜੀ ਹੈ ਉਹ ਗੁਰੂ ਕਿਰਪਾ ਦੇ ਨਾਲ, ਗੁਰੂ ਰਹਿਮਤ ਦੇ ਨਾਲ ਆਪਾਂ ਸਾਰੇ ਜਿਹੜੇ ਗੁਰੂ ਚਰਨਾਂ ਵਿੱਚ ਬੈਠ ਕੇ ਸਾਂਝੀ ਕਰਦੇ ਹਾਂ। ਅੱਜ ਹਾੜ ਦੇ ਮਹੀਨੇ ਦੀ ਆਰੰਭਤਾ ਹੈ ਤੇ ਗੁਰੂ ਕਿਰਪਾ ਤੇ ਗੁਰੂ ਬਖਸ਼ਿਸ਼ ਦੇ ਨਾਲ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਮਝਣਾ ਹੈ, ਵਿਚਾਰਨਾ ਹੈ, ਗੁਰੂ ਦੇ ਸ਼ਬਦ ਤੋਂ ਸਿੱਖਿਆ ਲੈਣੀ ਹੈ ਵੀ ਸਤਿਗੁਰੂ ਜੀ ਸਾਨੂੰ ਹਾੜ ਦੇ ਮਹੀਨੇ ਦੇ ਵਿੱਚ ਕੀ ਉਪਦੇਸ਼ ਕਰ ਰਹੇ ਨੇ। ਗੁਰ ਸ਼ਬਦ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਸੁਰਤੀਆਂ ਔਰ ਬਿਰਤੀਆਂ ਨੂੰ ਇਕਾਗਰ ਕਰੋ, ਮਾਲਕ ਤੋਂ ਆਗਿਆ ਲਈਏ ਤੇ ਸਾਰੇ ਰਲ ਕਰਕੇ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ ਸਾਰੇ ਰਲ ਕਰਕੇ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਵਿੱਚ 12 ਮਾਹ ਦੇ ਸਰਲੇਖ ਦੇ ਹੇਠ 2 ਵਾਰ ਬਾਣੀ ਜਿਹੜੀ ਹੈ ਉਹ ਆਈ ਹੈ, ਅੰਕਿਤ ਕੀਤੀ ਹੈ। ਇੱਕ ਵਾਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੁਆਰਾ ਰਾਗ ਤੁਖਾਰੀ ਦੇ ਵਿੱਚ 12 ਮਾਹ ਉਚਾਰਨ ਕੀਤਾ ਹੋਇਆ ਹੈ ਤੇ ਇੱਕ ਵਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਰਾਗ ਮਾਝ ਦੇ ਵਿੱਚ 12 ਮਾਹ ਜਿਹੜਾ ਹੈ ਉਹ ਉਚਾਰਨ ਕੀਤਾ ਹੈ। ਜਿਸ 12 ਮਾਹ ਦੇ ਵਿੱਚੋਂ 12 ਮਾਹ ਦੀ ਬਾਣੀ ਦੇ ਵਿੱਚੋਂ ਆਪਾਂ ਹਰ ਮਹੀਨੇ ਜਿਸ ਸ਼ਬਦ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਕਰਦੇ ਹਾਂ, ਉਹ ਰਾਗ ਮਾਝ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਦੁਆਰਾ ਉਚਾਰਨ ਕੀਤਾ ਹੋਇਆ 12 ਮਾਹ ਦੀ ਪਵਿੱਤਰ ਬਾਣੀ ਹੈ। ਅੱਜ ਹਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਹਾੜ ਦੇ ਮਹੀਨੇ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਆਪਾਂ ਸਾਰਿਆਂ ਨੇ ਸਮਝਣਾ ਤੇ ਵਿਚਾਰਨਾ ਹੈ। ਇਹ ਪਵਿੱਤਰ ਸ਼ਬਦ ਜਿਸ ਦੇ ਵਿੱਚ ਹਾੜ ਦੇ ਮਹੀਨੇ ਦਾ ਜ਼ਿਕਰ ਹੈ, ਇਹ 12 ਮਾਹ ਦੀ ਪਵਿੱਤਰ ਬਾਣੀ ਦਾ 5ਵਾਂ ਪਦ ਹੈ। ਚੇਤੇ ਰੱਖਿਓ, ਸਮੁੱਚੀ ਬਾਣੀ ਜਿਹੜੀ ਹੈ ਨਾ ਗੁਰੂ ਅਰਜਨ ਸਾਹਿਬ ਜੀ ਨੇ 12 ਮਾਹ ਦੀ ਜਦੋਂ ਅੰਕਿਤ ਕੀਤੀ ਹੈ, ਇਹ ਤਕਰੀਬਨ ਇੱਕ ਸ਼ਬਦ ਹੈ ਪੂਰੇ ਦਾ ਪੂਰਾ ਤੇ ਇਹਦੇ ਵਿੱਚ 14 ਪਦੇ ਹੈ। ਇਸ ਗੱਲ ਨੂੰ ਸਮਝਿਓ ਵੀ ਜਦੋਂ ਸ਼ਬਦ ਸੰਪੂਰਨ ਹੋ ਜਾਂਦਾ ਨਾ, ਉਸ ਤੋਂ ਅਗਲੀ ਬਾਣੀ ਹੈ ਤੇ ਗੁਰੂ ਸਾਹਿਬ ਜੀ ਨੇ ਅੱਗੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ, ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ ਜਾਂ ਸ਼ਲੋਕ ਦਾ ਉਸ ਹਿਸਾਬ ਦੇ ਨਾਲ। ਪਰ ਇੱਥੇ 12 ਮਾਹ ਦੀ ਬਾਣੀ ਜਿਹੜੀ ਹੈ ਇਹ ਆਰੰਭਤਾ ਹੈ 12 ਮਾਹ ਮਾਝ ਮਹਿਲਾ 5ਵਾਂ ਘਰ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇੱਥੋਂ ਸ਼ੁਰੂ ਹੁੰਦੀ ਹੈ 12 ਮਾਹ ਦੀ ਬਾਣੀ। ਇਹ ਪਹਿਲਾ ਪਦ ਹੈ। ਉਸ ਤੋਂ ਬਾਅਦ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਨਾ ਦੂਸਰਾ ਪਦ ਹੈ। ਉਹ ਸਾਰੇ ਦੇ ਸਾਰੇ ਸ਼ਬਦ ਸਤਿਗੁਰੂ ਜੀ ਨੇ ਅੱਗੇ ਉਚਾਰਨ ਕੀਤੇ ਹੈ ਤੇ ਇਹ ਜਿਹੜਾ ਪਦ ਹੈ ਹਾੜ ਦੇ ਮਹੀਨੇ ਦਾ, ਇਹ 5ਵਾਂ ਪਦਾ। ਸਤਿਗੁਰੂ ਜੀ ਨੇ ਜੋ 12 ਮਾਹ ਦੀ ਬਾਣੀ ਹੈ, ਆਪਾਂ ਸਾਰਿਆਂ ਨੂੰ ਪਤਾ ਹੈ ਵੀ ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ, ਜਿਸ ਦੇਸ਼ ਦੇ ਆਪਾਂ ਨਿਵਾਸੀ ਹਾਂ, ਇੱਥੇ ਬੜੇ ਲੰਮੇ ਸਮੇਂ ਤੋਂ ਇਹਨਾਂ ਦੇਸੀ ਮਹੀਨਿਆਂ ਦਾ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ, ਕਿਉਂਕਿ ਇਹ
जनवरी फरवरी मार्च अप्रैल मई जून जुलाई ये जिहड़े महीने ने ये ईसाई धर्म के गैगोरीयन कैलेंडर के अनुसार ने। ईसाई धर्म के गैगोरीयन कैलेंडर उहदे अनुसार ने जनवरी फरवरी मार्च अप्रैल। पहला जो महीनों का जिक्र है वो पुरातन समय तो भारत की धरती दे विच जो ग्रंथां दे विच जिक्र आउंदा धार्मिक ग्रंथां दे विच वो चेतर तो साल की आरंभता है जिन्हों कहते हैं सम्मत। चेतर तो आरंभता है तो फग्गण ते जाके साल की समाप्ति होंदी है। फग्गण ते फग्गण तो बाद फिर चेतर का महीना शुरू हो जाता। 12 महीने है और ये जेडे 12 के 12 महीने हैं ना इन्हां दे जेडे नाम रखे गए है वो रुत्तां दे अनुसार ने। जिवें जेठ ते हाड़ का महीना गर्मी है आपां सारिआं नूं पता और जेठ के महीने दे विच दिन जिहड़े आ वड्डे हुंदे आ इस करके जेठ ਜਾਂ जून के महीने के ਆਪਾਂ ਕਹਿੰਦੇ दिन ਵੱਡੇ है इस करके जेठ ना रखिया तो जेठ का मतलब है ਵੱਡਾ। ये महीने सारे के सारे तपश भरे है। उस तो बाद सावन का महीना जिहड़ा आ जाता है थोड़ियां थोड़ियां ठंडियां ठंडियां हवावां चलदियां मींह पैंदे आ। रुੱਤ के हिसाब के नाल इन्हां महीनों के नाम जिहड़े ने देसी महीनों के जिहड़े नाम ने वो आउंदे आ। हुण सतगुरु जी ने इत्थे हाड़ के महीने का जदों जिक्र किया है तो आपां सारिआं नूं पता है भी हाड़ के महीने दे विच बहुत सारी हुमस है। हाड़ के महीने दे विच बहुत सारी गर्मी है। ये महीना तपश भरिया महीना है। धुप्पां पैंदियां गर्म हवावां चलदियां लू चलदी है जिन्हों कह लो भी बड़ा औखा है। इस महीने दे विच हरेक मनुख हरेक आदमी जिहड़ा है वो गर्मी दे नाल तरा तरा कर उठदा है। बड़ी गर्मी बड़ी पैंदी है। सतगुरु जी ने इस महीने नूं ना उपदेश दिंदियां होइयां इस महीने दे राहीं इस रुੱਤ दे नाल जोड़दियां होइयां सतगुरु जी ने सानू सारिआं नूं दस्सिआ समझाया इस महीने दे राहीं हाड़ दे महीने दे राहीं। सतगुरु जी ने जिथे चेतर के महीने की गल की मालक जी कहते चेतर के महीने दे विच जपना आरंभ कर दे जेत गोबिंद आराध्य होवे आनंद घना संत जना मिल पाइए रसना नाम भना। उथे सतगुरु जी ने जिक्र किया वैसाख का उथे जिक्र किया जेठ का फिर हुण जिक्र कर रहे हैं सतगुरु जी हाड़ का अज का जिहड़ा महीना। मालक जी कहते ने आसाड़ तपंदा गुरबाणी दे विच आपां शब्द वरतदे हां हाड़ पर गुरबाणी दे विच हाड़ दे महीने नूं आसाड़ कहा गया। मालक जी कहते आसाड़ तपंदा तिस लगै हर नाह ना जिन्ना पास। शब्द की समझ आ रही है भी हाड़ का महीना उन्हां वास्ते तपश भरिया है जिन्हां दे कोल परमात्मा अकाल पुरख का नाम नहीं जिहड़े खसम दे नालों टुटे हुए आ विछड़े हुए आ। जां इउं कह लईए हाड़ दा महीना हाड़ दे महीने वांगू वो तपदे है समझिओ। जिवें हाड़ दा महीना तपदा है गर्मी है हुमस है लू चलदी आ। सतगुरु गुरु अर्जन साहिब जी समझा रहे हैं भी वो इंसान वो मनुख वो जीव इस्त्रियां हाड़ दे महीने दे वांगू तपदियां रहिंदियां हमेशा ही। उन्हां दे जीवन दे विच तपश है विकार है। विकार उन्हां नूं जकड़ के रखदे है फड़ के रखदे है। विकारां तो उन्हां दा छुटकारा है ही नहीं। वो इन्हां दे चुंगल तो बच नहीं सकते। कौन? सतगुरु जी कहते जेड़े जेड़े रब तो विछड़े है जेड़े परमात्मा नूं भुला के बैठे आ। फिर समझिओ मैं एक बारी होर जिक्र कर दियां बेनती नूं दोहरा दियां। हाड़ दे महीने दे विच जां हाड़ दे महीने दे वांग वो तड़पदे है जिवें हाड़ दा महीना तड़पदा है तपश भरिया है गर्मी भरिया है हुमस भरिया। इसे तरह जेड़े रब दे नाल
ਟੁੱਟੇ ਹੋਏ ਐ ਉਹ ਹਾੜ ਦੇ ਮਹੀਨੇ ਦੇ ਵਾਂਗ ਤਪਦੇ ਆ। ਸਤਿਗੁਰੂ ਜੀ ਨੇ ਬੜੇ ਪਿਆਰੇ ਬਚਨ ਕਹੇ 12 ਮਾਹ ਦੀ ਬਾਣੀ ਦੇ ਵਿੱਚ। ਸਤਿਗੁਰੂ ਜੀ ਨੇ ਸਪਸ਼ਟ ਕੀਤਾ, ਮਾਲਕ ਜੀ ਕਹਿੰਦੇ ਚੇਤੇ ਰੱਖਿਓ, ਜੇ ਜੀਵਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ, ਜੇ ਜੀਵਨ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਦੀ ਬੰਦਗੀ ਨਹੀਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਦਾ ਸਾਰਾ ਜੀਵਨ ਤੁਹਾਡਾ ਬਰਬਾਦ ਹੈ। ਇਸ ਕਰਕੇ ਨਾ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਪ੍ਰਮਾਤਮਾ ਦੇ ਕੋਲੋਂ ਮੰਗ ਕੀਤੀ, ਰੱਬ ਦੇ ਕੋਲੋਂ ਮੰਗ ਕੀਤੀ, ਤੇ ਉੱਥੇ ਇਹ ਗੱਲ ਕਹੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ, ਮਾਲਕ ਜੀ ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ। ਬੜਾ ਪਿਆਰਾ ਬਚਨ ਹੈ। ਸਤਿਗੁਰੂ ਜੀ ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇ, ਨਾਲ ਕਿਆ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ। ਕਹਿਣ ਲੱਗੇ ਰੱਬ ਦੇ ਨਾਮ ਤੋਂ ਬਿਨਾ ਜੋ ਹੋਰ ਪਿਆਰ ਹੈ, ਜੋ ਹੋਰ ਪ੍ਰੀਤ ਆ, ਸਤਿਗੁਰੂ ਜੀ ਕਹਿੰਦੇ ਉਹ ਤਰਕਾਰ ਯੋਗ ਹੈ, ਰੱਬ ਦੇ ਨਾਲੋਂ ਤੋੜਨ ਵਾਲੀ ਆ। ਇਸ ਕਰਕੇ ਕਿਉਂਕਿ ਪਤਾ ਲੱਗਿਆ ਨਾ ਵੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁੱਖ ਹੈ। ਹੁਣ ਇੱਥੇ ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਨਾਮ ਬਿਨਾ ਜੋ ਪਹਿਰੈ ਖਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਲੰਬੇਰਾ ਸ਼ਬਦ ਹੈ, ਮੈਂ ਸੰਖੇਪ ਦੇ ਵਿੱਚ ਕਹਿਣਾ। ਕਿਉਂਕਿ ਪਰਮੇਸ਼ਰ ਤੇ ਭੁੱਲਿਆ ਚੇਤੇ ਰੱਖਿਓ ਜੇ ਵਿਆਪਨ ਸਭੇ ਰੋਗ। 12 ਮਾਹ ਦੀ ਬਾਣੀ ਦੇ ਵਿੱਚ ਜੇ ਰੱਬ ਭੁੱਲ ਗਿਆ ਤੇ ਜੀਵਨ ਦੇ ਵਿੱਚ ਰੋਗ ਨੇ, ਜੀਵਨ ਦੁਖੀ ਹੈ, ਜੀਵਨ ਦੁੱਖਾਂ ਭਰਿਆ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ RAM ਤੇ। ਰੱਬ ਤੋਂ ਬੇਮੁਖ ਹੋ ਗਏ, ਰੱਬ ਨੂੰ ਵਿਸਾਰ ਦਿੱਤਾ, ਪ੍ਰਮਾਤਮਾ ਨੂੰ ਭੁਲਾਤਾ, ਰੱਬ ਨਾਲੋਂ ਟੁੱਟ ਗਏ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਮਾਇਆ ਦੇ ਭੋਗ ਕੀਤੇ ਤੇ ਇਕੱਠੇ ਇਸ ਕਰਕੇ ਸਨ ਪਦਾਰਥ ਵੀ ਜੀਵਨ ਦੇ ਵਿੱਚ ਸੌਖਾ ਜੇ, ਸਹੂਲਤਾਂ ਇਕੱਠੀਆਂ ਇਸ ਕਰਕੇ ਕੀਤੀਆਂ ਸਨ ਸੁਖੀ ਹੋ ਜਾਈਏ, ਪਰ ਰੱਬ ਦਾ ਨਾਮ ਨਹੀਂ ਇਸ ਕਰਕੇ ਦੁਖੀ ਆ। ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਝੂਠਣ ਮੈਂ ਪਾਏ। ਕਹਿੰਦੇ ਜੇ ਰੱਬ ਦਾ ਨਾਮ ਨਹੀਂ, ਉਹਨਾਂ ਦਾ ਜੀਵਨ ਕਿਵੇਂ ਦਾ? ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਝੂਠਣ ਮੈਂ ਪਾਏ। ਜਿਵੇਂ ਇੱਕ ਕੁੱਤਾ ਝੂਠੇ ਬਰਤਨਾਂ ਦੇ ਵਿੱਚ ਜਾਂ ਝੂਠ ਦੇ ਵਿੱਚ ਮੂੰਹ ਮਾਰਦਾ ਫਿਰਦਾ। ਸਤਿਗੁਰੂ ਜੀ ਕਹਿੰਦੇ ਜੇ ਰੱਬ ਦਾ ਨਾਮ ਜੀਵਨ ਦੇ ਵਿੱਚ ਨਹੀਂ, ਬੰਦਗੀ ਜੀਵਨ ਦੇ ਵਿੱਚ ਨਹੀਂ, ਸੇਵਾ ਤੇ ਸਿਮਰਨ ਜੀਵਨ ਦੇ ਵਿੱਚ ਨਹੀਂ, ਮਾਲਕ ਜੀ ਕਹਿੰਦੇ ਇਸ ਤਰ੍ਹਾਂ ਦਾ ਜੀਵਨ ਹੈ। ਜਿਵੇਂ ਹਾੜ ਦਾ ਮਹੀਨਾ ਤਪਦਾ, ਕਹਿੰਦੇ ਉਹ ਵਿਕਾਰਾਂ ਦੇ ਵਿੱਚ ਤਪਦੇ ਆ। ਨਾਮ ਬਿਨਾ ਜੇਤਾ ਵਿਵਹਾਰ, ਜਿੰਨੇ ਦਾ ਜਿੰਨਾ ਰੱਬ ਦੇ ਨਾਮ ਨੂੰ ਭੁਲਾ ਕੇ ਵਿਸਾਰ ਕੇ ਵਿਵਹਾਰ ਖੜਾ ਕੀਤਾ, ਕਾਰੋਬਾਰ ਖੜਾ ਕੀਤਾ, ਜੋ ਕਾਰਜ ਕੀਤੇ, ਜਿਉ ਮਿਰਤਕ ਮਿਥਿਆ ਸ਼ਿੰਗਾਰ। ਜਿਵੇਂ ਮੁਰਦੇ ਨੂੰ ਸ਼ਿੰਗਾਰ ਕੀਤਾ ਹੋਵੇ ਨਾ, ਕਹਿਣ ਲੱਗੇ ਐ ਹੁਣ ਮੁਰਦੇ ਨੂੰ ਸ਼ਿੰਗਾਰ ਦੇ ਨਾਲ ਜਿੰਨਾ ਮਰਜ਼ੀ ਸ਼ਿੰਗਾਰੀ ਜਾਓ। ਸਤਿਗੁਰੂ ਜੀ ਨੇ ਬਚਨ ਕਹੇ ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਕਹਿਣ ਲੱਗੇ ਉਹਨਾਂ ਦਾ ਤਨ ਰੋਗੀ ਹੋ ਜਾਂਦਾ। ਸੁਖ ਜੀਵਨ ਦੇ ਸੁਪਨੇ ਦੇ ਵਿੱਚ ਵੀ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਆਉਂਦਾ। ਸੁੱਖ ਤੇ ਉਹ ਭੁੱਲ ਹੀ ਜਾਣ, ਕਿਉਂਕਿ ਉਹ ਵਿਕਾਰਾਂ ਦੇ ਵਿੱਚ ਤਪਦੇ ਆ। ਜਿਵੇਂ ਹਾੜ ਦਾ ਮਹੀਨਾ ਤਪਦਾ ਆ ਨਾ, ਸਤਿਗੁਰੂ ਜੀ ਨੇ ਬਚਨ ਕਹਿਣ ਲੱਗੇ ਉਵੇਂ ਉਹ ਜਿਹੜੇ ਮਨੁੱਖ ਨੇ ਜਿਹੜੇ ਪ੍ਰਮਾਤਮਾ ਨੂੰ ਵਿਸਾਰ ਕੇ ਬੈਠੇ ਆ, ਰੱਬ ਦੇ ਨਾਲੋਂ ਟੁੱਟ ਕੇ ਬੈਠੇ ਆ। ਮਾਲਕ ਜੀ ਕਹਿੰਦੇ ਦਿਨੇ ਰਾਤ ਤੜਫਦੇ ਆ। ਬੜੀ ਪਿਆਰੀ ਛੋਟੀ ਜਿਹੀ ਉਦਾਹਰਨ ਇਤਿਹਾਸ ਦੇ ਵਿੱਚੋਂ ਦੇ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੀਆਂ ਪ੍ਰਚਾਰਕ ਫੇਰੀਆਂ ਦੇ ਦੌਰਾਨ ਇੱਕ ਦੀਪਾਲਪੁਰ ਨਾਮੀ ਨਗਰ ਦੇ ਵਿੱਚ ਗਏ। ਦੀਪਾਲਪੁਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਤੇ ਆਮ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇਹ ਖਾਸੀਅਤ ਹੈ। ਜਦੋਂ ਆਪਾਂ ਇਤਿਹਾਸ ਪੜਾਂਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਸੇ ਦੇ ਘਰ ਰੁਕਣ ਦੀ ਬਜਾਏ ਨਾ, ਸਤਿਗੁਰੂ ਬਾਹਰ ਖੂਹ ਤੇ ਆਪਣਾ ਟਿਕਾਣਾ ਬਾਹਰਲੇ ਪਾਸੇ ਨਗਰ ਤੋਂ ਜਿਹੜਾ ਉਹ ਕਰ ਲੈਂਦੇ ਹੁੰਦੇ ਸਨ। ਵੀ ਉੱਥੇ ਬੈਠ ਕੇ ਇਕਾਗਰਤਾ ਬਣਦੀ ਸੀ। ਵੀ ਖੂਹ ਸੀ, ਕੋਈ ਨਾਲੋਂ ਨਦੀ ਵਗਦੀ ਆ, ਉੱਥੇ ਸਤਿਗੁਰੂ ਬਾਹਰਲੇ ਪਾਸੇ ਨਗਰ ਤੋਂ ਰੁਕ ਜਾਂਦੇ। ਹੁਣ ਦੀਪਾਲਪੁਰ ਨਗਰ ਦੇ
ਇੱਕ ਖੂਹ ਤੇ ਪਹੁੰਚੇ ਹੈ ਗੁਰੂ ਨਾਨਕ ਸਾਹਿਬ ਜੀ। ਤੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ ਆ ਤੇ ਉੱਥੇ ਇੱਕ ਝੁੱਗੀ ਹੈ ਤੇ ਝੁੱਗੀ ਦੇ ਵਿੱਚ ਇੱਕ ਕੋੜੀ ਆ ਜਿਹੜਾ ਹਾਏ ਹਾਏ ਕਰਦਾ ਪਿਆ, ਤੜਫਦਾ ਪਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਨੇ ਪਹੁੰਚੇ। ਭਾਈ ਮਰਦਾਨਾ ਜੀ ਸਤਿਗੁਰੂ ਜੀ ਨੇ ਕਹਿੰਦੇ, ਸਤਿਗੁਰੂ ਕੁਛ ਆਵਾਜ਼ਾਂ ਆ ਰਹੀਆਂ ਇਸ ਝੁੱਗੀ ਦੇ ਵਿੱਚੋਂ, ਕੋਈ ਇਉਂ ਲੱਗਦਾ ਵੀ ਕੋਈ ਤੜਫ ਰਿਹਾ, ਕੋਈ ਰੋ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਆਵਾਜ਼ਾਂ ਤੇ ਸਾਨੂੰ ਵੀ ਆ ਰਹੀਆਂ, ਵੇਖ ਅੰਦਰ ਹੋ ਕੇ। ਜਦੋਂ ਅੰਦਰ ਨਜ਼ਰ ਮਾਰ ਕੇ ਵੇਖਿਆ ਤੇ ਇੱਕ ਕੋੜੀ ਹੈ ਜਿਹੜਾ ਕੋੜ ਦੀ ਬਿਮਾਰੀ ਦੇ ਨਾਲ ਤੜਫ ਰਿਹਾ, ਰੋ ਰਿਹਾ, ਦਰਦ ਹੁੰਦਾ ਹੈ, ਬਹੁਤ ਜ਼ਿਆਦਾ ਔਖਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਕੋਈ ਬਿਮਾਰ ਹੈ, ਮੈਨੂੰ ਇਉਂ ਲੱਗਦਾ ਵੀ ਕੋੜ ਦੀ ਬਿਮਾਰੀ ਹੈ ਤੇ ਇੱਥੇ ਇਹ ਪਿਆ ਹੋਇਆ ਦੁਖੀ ਹੈ ਕੋਈ। ਤੇ ਸਚਾਈ ਇਹ ਹੈ ਵੀ ਹੋ ਸਕਦਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਸ ਖੂਹ ਦੇ ਉੱਪਰ ਦੀਪਾਲਪੁਰ ਨਗਰ ਦੇ ਵਿੱਚ ਆਉਣ ਦਾ ਕਾਰਨ ਹੀ ਇਹਨੂੰ ਠੀਕ ਕਰਨਾ ਹੋਵੇ। ਸਤਿਗੁਰੂ ਆਏ ਇਸੇ ਕਰਕੇ ਹੁਣ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ ਨੂੰ ਇਸ ਝੁੱਗੀ ਦੇ ਵਿੱਚੋਂ ਬਾਹਰ ਕੱਢ ਕੇ ਲਿਆਓ। ਭਾਈ ਮਰਦਾਨਾ ਜੀ ਨੇ ਆਗਿਆ ਮੰਨੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਲਿਆ ਕੇ ਇਸ ਬਿਮਾਰ ਨੂੰ, ਜਿਹੜਾ ਬਿਮਾਰ ਹੈ, ਜਿਹੜਾ ਹਾਏ ਹਾਏ ਕਰ ਰਿਹਾ ਹੈ, ਜਿਹੜਾ ਕੋੜੀ ਹੈ, ਉਹਨੂੰ ਕੋਲ ਲਿਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਲੰਮਾ ਪਾਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਦਾ ਹੈ ਕੋਈ ਸੰਤ ਆਇਆ, ਕੋਈ ਨਾਮ ਜਪਣ ਵਾਲੀ ਰੂਹ ਸਾਹਮਣੇ ਅੱਖਾਂ ਦੇ ਬੈਠੀ ਆ, ਤੇ ਉੱਠਿਆ ਤੇ ਜਾਂਦਾ ਨਹੀਂ, ਬੈਠਾ ਤੇ ਜਾਂਦਾ ਨਹੀਂ, ਉਸੇ ਤਰ੍ਹਾਂ ਹੀ ਮਨ ਦੇ ਵਿੱਚ ਲਿਆ ਕੇ ਤੇ ਸਤਿਗੁਰੂ ਜੀ ਨੂੰ ਮੱਥਾ ਟੇਕਦਾ ਉਹ ਜਿਹੜਾ ਕੋੜੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਦੱਸ ਵੀ ਆ ਕਿਵੇਂ, ਵੀ ਆ ਤੇਰੇ ਨਾਲ ਆ ਜਿਹੜੀ ਤੈਨੂੰ ਬਿਮਾਰੀ ਲੱਗੀ ਕਿਵੇਂ? ਕਹਿੰਦਾ ਅੱਖਾਂ ਦੇ ਵਿੱਚ ਅਥਰੂ ਹੈ, ਰੋ ਰਿਹਾ, ਹਾਏ ਹਾਏ ਕਰ ਰਿਹਾ। ਤੇ ਉਹ ਜਿਹੜਾ ਕੋੜੀ ਹੈ ਨਾ, ਉਹ ਕਹਿੰਦਾ ਵੀ ਮੈਨੂੰ ਇਹ ਜਿਹੜੀ ਬਿਮਾਰੀ ਲੱਗੀ ਮੇਰੇ ਕਰਕੇ ਹੀ, ਮੇਰੇ ਕਰਮ ਮੇਰੇ ਸਾਹਮਣੇ ਆ ਰਹੇ ਨੇ, ਸਮਝਿਓ। ਕਹਿੰਦਾ ਹੈ ਵੀ ਮੇਰੇ ਕੀਤੇ ਹੋਏ ਕਰਮ ਮੇਰੇ ਸਾਹਮਣੇ ਆ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ ਵੀ ਤੇਰੇ ਕੀਤੇ ਕਰਮ ਕਿਵੇਂ ਭਾਈ, ਤੈਨੂੰ ਕਿਵੇਂ ਪਤਾ? ਕਹਿੰਦਾ ਜੀ ਮੈਂ ਆ ਇਸ ਨਗਰ ਦੀਪਾਲਪੁਰ ਦਾ ਚੌਧਰੀ, ਚੌਧਰ ਸੀ, ਮੇਰੇ ਕੋਲ ਪੈਸਾ ਸੀ, ਧਨ ਸੀ, ਜ਼ਮੀਨ ਸੀ, ਜਾਇਦਾਦ ਸਭ ਕੁਝ ਸੀ। ਸਤਿਗੁਰੂ ਜੀ ਨੇ ਬਚਨ ਕੀਤੇ ਬਾਣੀ ਦੇ ਵਿੱਚ। ਮਾਲਕ ਜੀ ਕਹਿਣ ਲੱਗੇ ਬੰਦੇ ਦੇ ਕੋਲ ਧਨ ਵੀ ਹੋਵੇ, ਜ਼ਮੀਨ ਜਾਇਦਾਦ ਵੀ ਹੋਵੇ, ਤੇ ਨਾਲ ਕੋਈ ਨਾ ਕੋਈ ਪਦਵੀ ਵੀ ਹੋਵੇ, ਧਨ ਵੀ ਹੈ, ਜ਼ਮੀਨ ਵੀ ਹੈ, ਜਾਇਦਾਦ ਵੀ ਹੈ, ਨਾਲ ਦੇਹ ਅਰੋਗਤਾ ਵੀ ਹੈ, ਜਵਾਨੀ ਵੀ ਹੈ। ਸਤਿਗੁਰੂ ਜੀ ਕਹਿਣ ਲੱਗੇ ਕੋਈ ਵਿਰਲਾ ਹੈ, ਵਿਰਲਾ ਕੋਈ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਪ੍ਰੀਤ ਪਾਉਂਦਾ, ਨਹੀਂ ਤੇ ਬਹੁਤੇ ਇਹਦੇ ਨਸ਼ੇ ਦੇ ਵਿੱਚ ਹੀ ਗਲਤਾਨ ਹੋ ਜਾਂਦੇ। ਧਨ ਜੋਬਨ ਪ੍ਰਭਤਾ ਕੈ ਮਾਧਮੈ, ਨਸ਼ਾ ਆ ਧਨ ਦਾ, ਜਵਾਨੀ ਦਾ ਨਸ਼ਾ ਹੈ, ਪ੍ਰਭਤਾ ਦਾ ਨਸ਼ਾ ਵੀ ਮੇਰੇ ਕੋਲ ਕੋਈ ਕੁਰਸੀ ਹੈ, ਪੋਸਟ ਹੈ। ਸਤਿਗੁਰੂ ਜੀ ਕਹਿਣ ਲੱਗੇ ਅਹਨਸ ਰਹਿ ਦੀਵਾਨਾ, ਦਿਨੇ ਰਾਤ ਹਰ ਵੇਲੇ ਬੰਦਾ ਕਮਲਾ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵਚਨ ਕਹੇ, ਮਾਲਕ ਜੀ ਕਹਿੰਦੇ ਅਹਨਸ ਰਹਿ ਦੀਵਾਨਾ, ਕੋਈ ਵਿਰਲਾ ਹੈ, ਵਿਰਲੇ ਕਈ ਪਾਈਆਂ ਨੇ ਜਿਨ੍ਹਾਂ ਪਿਆਰੇ ਨੇ, ਜਿਨ੍ਹਾਂ ਦਾ ਖਸਮ ਨਾਲ ਪਿਆਰ ਬਣ ਜਾਂਦਾ, ਕੋਈ ਵਿਰਲਾ ਹੈ, ਨਹੀਂ ਤੇ ਬਹੁਤੇ ਤੇ ਇਹਦੇ ਚ ਫਸੇ ਆ। ਕਹਿੰਦਾ ਜੀ ਮੈਂ ਇਸ ਨਗਰ ਦਾ ਚੌਧਰੀ ਸਾਂ, ਤੇ ਚੌਧਰ ਦੇ ਵਿੱਚ ਪੈਸੇ ਦੇ ਨਸ਼ੇ ਦੇ ਵਿੱਚ, ਜ਼ਮੀਨ ਜਾਇਦਾਦ ਦੇ ਨਸ਼ੇ ਦੇ ਵਿੱਚ ਕਹਿੰਦੇ ਬੜੇ ਮਾੜੇ ਕੰਮ ਕੀਤੇ। ਬੰਦਾ ਕਰਦਾ, ਚੇਤੇ ਰੱਖਿਆ ਜੇ, ਕਰਦਾ। ਕਹਿੰਦਾ ਬਹੁਤ ਮਾੜਾ ਕੀਤਾ। ਕਹਿੰਦਾ ਉਹ ਹੁਣ ਸਾਰੇ ਦਾ ਸਾਰਾ ਜਿਹੜਾ ਹੈ ਨਾ, ਹੁਣ ਮੈਂ ਇਹ ਕੋੜ ਦੀ ਬਿਮਾਰੀ ਲੱਗ ਗਈ ਹੈ, ਤੇ ਜਿਨ੍ਹਾਂ ਦੀ ਖਾਤਰ ਮੈਂ ਕਰਦਾ ਰਿਹਾ, ਜਿਨ੍ਹਾਂ ਦੀ ਖਾਤਰ ਮੈਂ ਕਰਦਾ ਰਿਹਾ, ਮੈਂ ਸੋਚਦਾ ਸੀ ਮੈਂ ਆਪਣੇ ਬੱਚਿਆਂ ਨੂੰ, ਮੈਂ ਆਪਣੇ ਪਰਿਵਾਰ ਨੂੰ ਸਟੈਂਡ ਕਰ ਜਾਵਾਂ, ਮੈਂ ਉਹਨਾਂ ਵਾਸਤੇ ਜੋੜ ਜਾਵਾਂ। ਕਹਿੰਦੇ ਅੱਜ ਬਿਮਾਰੀ ਲੱਗੀ ਮੈਨੂੰ, ਉਸੇ ਪਰਿਵਾਰ ਨੇ ਚੁੱਕ ਕੇ ਆਖੂ ਤੇ ਝੁੱਗੀ ਚ ਪਾਤਾ, ਸੰਭਾਲਣ ਵਾਸਤੇ ਵੀ ਤਿਆਰ ਨਹੀਂ। ਅਗਲੇ ਕਹਿੰਦੇ ਤੈਨੂੰ ਛੂਤ ਦੀ ਬਿਮਾਰੀ ਹੈ। ਛੂਤ ਦੀ ਬਿਮਾਰੀ ਸਮਝਦੇ ਹੋ? ਛੂਤ ਦੀ ਬਿਮਾਰੀ ਜਿਹੜੀ ਇੱਕ ਤੋਂ ਦੂਜੇ ਪਰਸਨ ਨੂੰ ਲੱਗਦੀ ਹੈ, ਕਰੋਨਾ ਦੀ ਬਿਮਾਰੀ ਵੀ ਛੂਤ ਦੀ ਬਿਮਾਰੀ ਹੈ। ਛੂਣ ਦੇ ਨਾਲ, ਸਾਹ ਦੇ ਨਾਲ ਐ ਬਿਮਾਰੀ, ਇਹ ਛੂਤ ਦੀ ਬਿਮਾਰੀ ਹੈ।
घर परिवार वाले कहते तेनू वखरा रखना पैना है, इस करके मेरा सब कुछ समान साजो समान चक के कहते मैनू इत्थे खूह ते पा गया। आउंदे है प्रशादा रख जाते, रोटी छक रख जाते, मैं चुप करके चुक के खा लेना, कोई आन के हाल भी नहीं पुछदा। जिन्हां दी वेखो गुरु ग्रंथ साहिब जी की बाणी का यह बचन है, बालक जी कहते जिन्ने दे जिन्ने तेरे रिश्ते नाते ने ना, ये सच्चाई है अपने स्वार्थ करके जुड़े है। जगत में झूठी देखी प्रीत, अपने सुख स्यों ही सब लागे, क्या दारा क्या मीत। मेरो मेरो सब कहत है, हित स्यों मानदे चीत। सारे कहते आ मेरा है मेरा है, कह लगे उन्ना चिर है जिन्ना चिर इन्हां दा स्वार्थ पूरा हो रहा। मन मुखा तेरी दोस्ती माया का संबंध, वेखदियां ही भज जान कदे ना पायन गंढ। जिच्चर पहनन खामने तिच्चर रखन गंढ, जित दिन किशू ना होवे तित दिन बोलन गंद। उस दिन अपने भी कहन लग पैंदे भी ये बंदा ही माड़ा, ये बंदा ही चंगा नहीं। ये दुनिया की सच्चाई है। कहंदा जी मेरे जिन्हां वास्ते मैं पाप कीते, कहंदे वो तो सारे दे सारे पासे हो गए, भुगतने मैनू ही पै रहे ने, क्योंकि गुरबाणी का यह फैसला है। गुरबाणी ये कहती है बहु परपंच कर पर धन लियावे, सुतदारा पे आन लुटावे, मन मेरे भूले कपट ना कीजै। पखंड ना कर, पाप ना कर, अंत नबेरा तेरे जी पै लीजै, तेरे तो लिया जाना। कहंदा जी मैं तड़फ रहा, मैनू पता है जो जो मैं माड़े काम किए अज मेरी आंखां दे सामने आ रहे, मैनू पता है भी मेरे कीते हुए कर्मां करके ये मैनू दुख लग्या, रोग लग्या है। सतगुरु जी आए हो तो कृपा करो ठीक कर दियो। सतगुरु गुरु नानक साहब सच्चे पातशाह जी ने उत्थे शब्द गाया। इतिहास में उदाहरण दी है भी वो तड़फदे है रोग दे विच, विकारां दे विच, जिवें हाड़ दा महीना तड़फदा ना, जिन्हां दे कोल रब दा नाम नहीं ऐ तड़फदे। सतगुरु जी ने वचन कहे, मालिक जी कहंदे जियो तपत है बारो बार, वो तप रहे ने विकारां दे विच। उन्होंने अपने आपे नूं भुलाया होया, भुल गए अभी असी इंसान आ, वो इंसानियत नूं छड्ड के हमान बने हुए है। सतगुरु जी ने कहा ना करतूत पशु की तपदे है, पशुआं वालियां करतूतां आ गईयां बंदियां दे मनां च, बंदियां दे विच। जिक करके इंसान है, सोच करके समझ करके कम्मां करके पशुआं दे नालों भी डिग्गिया होया। क्या करतूत पशु की मान सजात, लोक बचारा करे दिन रात, अपने आपे नूं भुल गया तड़फदा है। लोक बचारा करे दिन रात, बाहर भेक अंतर मल माया, शब्द नाहे कश करे छुपाया। बाहर ज्ञान ध्यान इशनान, बाहरों ज्ञान ध्यान इशनान दीयां गल्लां करदा है, अंतर व्यापै लोभ सवान। सतगुरु जी ने कहा बाणी दे विच, मालिक जी कहंदे तड़फदे है। जियो तपत है बारो बार, जिहड़ा रब दे नालों टुट गया, मालिक जी कहन लगे विकारां दे विचों तड़फदा है, तपदा है। जिवें हाड़ दा महीना तपदा है ना, हाड़ दे महीने दे विच ठंडक बड़ी औखी है, बड़ा औखा भी हाड़ दे महीने दे विच ठंडा हो जाना। सतगुरु जी कहंदे जिवें हाड़ दा महीना तपदा है, हुमस भरिया गर्मी भरिया है, जिहड़े रब दे नालों टुटे ने वो भी हाड़ दे महीने दे वर्गे ने। गुरु साहिब ने कहा जियो तपत है बारो बार, तप तप खपै बहुत बेकार। मालिक जी कहंदे जै तन बाणी विसर जाए, जेड़े तन दे विचों गुरु दा उपदेश विसर गया, जेड़े तन दे विचों जीवन दी जांच विसर गई, जेड़ा तन दे विचों रब दा नाम नहीं, उपदेश नहीं, जै तन बाणी विसर जाए। मालिक जी कहन लगे वो तड़फदे आ, वो विल लाउंदे आ, वो रोंदे आ, करलाउंदे आ विकारां दे विच, जो पक्का रोगी विल लाए। मालिक जी ने बचन कहे गुरु ग्रंथ साहिब जी की बाणी। सतगुरु जी कहते आषाढ़ तपंदा तिस लगे, हाड़ दे महीने दे विचों तपदे आ। हाड़ दा महीना उन्हां वास्ते दुखां भरिया, हाड़ दे महीने दे वांगू वो तपदे आ। कौन? हर ना जिन्ना पास, जिन्ना दे कोल रब दा नाम नहीं, जेड़े परमात्मा दे नालों टुटे हुए, जेड़े रब नूं भुला के बैठे। क्योंकि सतगुरु जी की बाणी का यह फैसला आ। मालिक जी कहंदे हर बिसरत सदा खुआरी, सच्चाई है। जेड़े रब दे नालों टुट गए, अपनियां जिम्मेवारियां तो भगौड़े हो गए,
ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਮਝਿਆ ਨਹੀਂ, ਰੱਬ ਨੂੰ ਚੇਤੇ ਨਹੀਂ ਕੀਤਾ, ਮਾਲਕ ਜੀ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਖੁਆਰੀ ਤੋਂ ਸਿਵਾ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ। ਉਹਨਾਂ ਨੇ ਆਪਣਾ ਜੀਵਨ ਬਰਬਾਦ ਕੀਤਾ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ। ਰਹਾਓ ਅੱਗੇ ਸੁਣਿਓ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ। ਮਾਲਕ ਜੀ ਕਹਿਣ ਲੱਗੇ ਰੱਬ ਦੀ ਯਾਦ ਨਹੀਂ, ਪਰਮਾਤਮਾ ਦਾ ਸਿਮਰਨ ਨਹੀਂ। ਕਿਵੇਂ ਆ ਜੀਵਨ? ਬਿਨ ਸਿਮਰਨ ਜਿਉ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਕਹਿੰਦੇ ਜਿਵੇਂ ਜਿਵੇਂ ਸੱਪ ਨਹੀਂ ਸਾਰੀ ਉਮਰ ਧਰਤੀ ਤੇ ਲੇਟਦਾ ਰਹਿੰਦਾ, ਰੇਂਗਦਾ ਰਹਿੰਦਾ। ਪੁਰਾਣੇ ਸਮੇਂ ਦੇ ਵਿੱਚ ਇੱਕ ਕਹਾਵਤ ਸੀ ਕਿ ਜਿਹੜਾ ਸੱਪ ਹੈ ਨਾ, ਸੱਪ ਕਹਿੰਦੇ ਨੇ ਸੱਪ ਆਮ ਤੌਰ ਤੇ ਮਾਇਆ ਦੀ ਗਾਗਰ ਦੇ ਉੱਪਰ ਉਹਦਾ ਨਿਵਾਸ ਹੁੰਦਾ। ਇੱਕ ਕਹਾਵਤ ਸੀ ਵੀ ਸੱਪ ਮਾਇਆ ਦੇ ਉੱਪਰ ਹੀ ਜਿਹੜਾ ਉਹਦਾ ਉਹ ਰਹਿੰਦਾ। ਆਪਾਂ ਨਹੀਂ ਕਹਿੰਦੇ ਵੀ ਇਹ ਬੰਦਾ ਤੇ ਸੱਪ ਹੈ, ਸੱਪ ਬਣ ਕੇ ਬੈਠਾ ਮਾਇਆ ਤੇ, ਐ ਕੁੰਡਲੀਆਂ ਪਾ ਕੇ ਬੈਠਾ, ਛੱਡਦਾ ਹੀ ਨਹੀਂ। ਸਤਿਗੁਰੂ ਜੀ ਨੇ ਉਦਾਹਰਣ ਲਈ ਮਾਲਕ ਜੀ ਕਹਿਣ ਲੱਗੇ ਰੱਬ ਦਾ ਨਾਮ, ਰੱਬ ਦਾ ਸਿਮਰਨ ਨਹੀਂ। ਕਿਵੇਂ ਦਾ ਜੀਵਨ ਆ? ਬਿਨ ਸਿਮਰਨ ਜੋ ਜੀਵਨ ਬਲਣਾ, ਉਹ ਬਲਦੇ ਆ, ਉਹ ਸੜਦੇ ਆ। ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ। ਇਹੋ ਜਿਹਾ ਬੰਦਾ ਧਰਤੀ ਦੇ 9 ਹਿੱਸੇ ਨੇ, 9 ਹਿੱਸਿਆਂ ਦਾ ਰਾਜ ਵੀ ਪ੍ਰਾਪਤ ਕਰ ਲੇ, ਸਾਰੀ ਧਰਤੀ ਤੇ ਰਾਜ ਪ੍ਰਾਪਤ ਕਰ ਲੇ। ਮਾਲਕ ਜੀ ਕਹਿਣ ਲੱਗੇ ਵਿਅਰਥ ਹੈ ਸਾਰਾ ਕੁਝ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਉਹ ਆਪਣੇ ਜੀਵਨ ਨੂੰ ਹਾਰ ਕੇ ਜਾਏਗਾ, ਕਿਉਂਕਿ ਰੱਬ ਦਾ ਨਾਮ ਨਹੀਂ। ਉਹ ਤੜਫ ਰਿਹਾ ਸਾਰੀ ਉਮਰ, ਹਾਏ ਹਾਏ ਕਰਦੇ ਆ ਉਹਦੀ ਨਿਕਲ ਗਈ, ਆ ਵੀ ਇਕੱਠਾ ਕਰ ਲਾਂ, ਆ ਵੀ ਇਕੱਠਾ ਕਰ ਲਾਂ, ਆ ਵੀ ਪ੍ਰਾਪਤ। ਸ਼ਾਂਤੀ ਤੇ ਨਹੀਂ ਨਾ, ਜੀਵਨ ਦੇ ਵਿੱਚ ਆਨੰਦ ਤੇ ਨਹੀਂ ਨਾ, ਜੀਵਨ ਦੇ ਵਿੱਚ ਸੁੱਖ ਤੇ ਨਹੀਂ ਨਾ। ਮੈਂ ਕਈ ਵਾਰੀ ਸੋਚਦਾ ਹੁੰਨਾ, ਆ ਸੁਣਿਓ ਧਿਆਨ ਨਾਲ ਮੇਰੀ ਬੇਨਤੀ। ਬੰਦਾ ਸਾਰੀ ਉਮਰ ਲੰਘਾ ਦਿੰਦਾ। ਹੁਣ ਜਵਾਨੀ ਹੈ, ਬੰਦਾ ਕਹਿੰਦਾ ਰੱਜ ਕੇ ਮਿਹਨਤ ਕਰ ਲਾਂ, ਮੈਂ ਆਪਣਾ ਕਾਰੋਬਾਰ ਬਿਜ਼ਨਸ ਖੜਾ ਕਰ ਲਾਂ। ਸੋਚਦਾ ਵੀ ਮੈਂ ਚੰਗੇ ਪੈਸੇ ਵਾਲਾ ਹੋ ਜਾਵਾਂਗਾ, ਕਾਰੋਬਾਰ ਵਾਲਾ ਹੋ ਜਾਵਾਂਗਾ। ਕਹਿੰਦਾ ਜਦੋਂ ਬਹੁਤ ਸਾਰਾ ਪੈਸਾ ਇਕੱਠਾ ਹੋ ਜਾਏਗਾ ਨਾ ਮੇਰੇ ਕੋਲ, ਫਿਰ ਮੈਂ ਆਨੰਦ ਦੇ ਨਾਲ, ਫਿਰ ਮੈਂ ਸੁੱਖ ਦੇ ਨਾਲ, ਫਿਰ ਮੈਂ ਸ਼ਾਂਤੀ ਨਾਲ ਬੈਠਾਂਗਾ। ਹੁਣ ਹੁੰਦਾ ਪਤਾ ਕੀ, ਧਨ ਦੌਲਤ ਪਦਾਰਥ ਇਕੱਠਾ ਕਰਦਿਆਂ 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 ਜਵਾਨੀ ਲੰਘ ਗਈ। ਹੁਣ ਪੈਸਾ ਤੇ ਆ ਗਿਆ, ਧਨ ਦੌਲਤ ਆ ਗਈ। ਹੁਣ ਕਹਿੰਦਾ ਮੈਂ ਸੁਖੀ ਬੈਠਾ। ਹੁਣ ਸਰੀਰ ਜਵਾਬ ਦਿੰਦਾ, ਜਿਸ ਸਰੀਰ ਵਾਸਤੇ ਸਹੂਲਤਾਂ ਇਕੱਠੀਆਂ ਕੀਤੀਆਂ, ਡਾਕਟਰ ਨੇ ਕਹਿਤਾ ਏਸੀ ਦੀ ਹਵਾ ਤੇਰੇ ਵਾਸਤੇ ਠੀਕ ਨਹੀਂ। ਹੁਣ ਲੱਖ ਰੁਪਏ ਦਾ ਏਸੀ ਲਾ ਕੇ ਬੈਠਾ, ਡਾਕਟਰ ਕਹਿੰਦਾ ਪਾਸੇ ਹੋ ਕੇ ਬੈਠ, ਏਸੀ ਦੀ ਹਵਾ ਤੇਰੇ ਵਾਸਤੇ ਠੀਕ ਨਹੀਂ। ਫਿਰ ਬੰਦਾ ਸੋਚਦਾ ਯਾਰ ਸਾਰੀ ਉਮਰ ਲਾਤੀ ਇਸ ਏਸੀ ਵਾਸਤੇ, ਵੀ ਮੈਂ ਸਹੂਲਤਾਂ ਇਕੱਠੀਆਂ ਕਰ ਲਾਂ, ਸਾਰੀ ਉਮਰ ਲਾਤੀ ਵੀ ਮੈਂ ਆਹ ਪ੍ਰਾਪਤ ਕਰ ਲਾਂ, ਆਹ ਪ੍ਰਾਪਤ ਕਰ ਲਾਂ। ਹੁਣ ਡਾਕਟਰ ਸਾਹਿਬ ਨੇ ਕਹਿ ਦਿੱਤਾ ਹੈ ਜਿੰਨਾ ਚਿਰ ਰਾਤ ਨੂੰ ਤੂੰ ਗੋਲੀ ਲੈ ਕੇ ਨਾ ਸੋਏਗਾ ਤੈਨੂੰ ਨੀਂਦ ਨਹੀਂ ਆਉਂਦੀ, ਆਉਂਦੀ ਨਹੀਂ, ਪਾਸੇ ਮਾਰਦਾ ਰਹਿੰਦਾ। ਸਤਿਗੁਰੂ ਜੀ ਕਹਿੰਦੇ ਨੇ ਨਾ ਵੀ ਬੁਢੇਪਾ ਆਪਣੇ ਆਪ ਦੇ ਵਿੱਚ, ਭਗਤ ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਬੁਢੇਪਾ ਆ ਜਾਂਦਾ ਨਾ ਤੇ ਇਹ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਰੋਗ ਹੈ। ਬੁਢੇਪੇ ਦਾ ਨਾਂ ਹੀ ਰੋਗ ਹੈ, ਜਾਂ ਰੋਗ ਦਾ ਨਾਂ ਹੀ ਬੁਢੇਪਾ ਹੈ। ਜਬ ਲਗ ਜ਼ਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ। ਸਤਿਗੁਰੂ ਜੀ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਹੈ, ਜਿੰਨਾ ਚਿਰ ਬੁਢੇਪੇ ਦਾ ਰੋਗ ਨਹੀਂ ਲੱਗਿਆ, ਕਿਉਂਕਿ ਬੁਢੇਪਾ ਇੱਕ ਰੋਗ ਹੈ। ਬੁਢੇਪੇ 'ਚ ਕੀ ਹੁੰਦਾ, ਨੈਣੋ ਨੀਰ ਬਹਿ ਤਨਖੀਨਾ ਭਏ ਕੇਸ ਦੁਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ, ਰਾਮ ਰਾਏ ਹੋਹਿ ਬੈਦ ਬਨਵਾਰੀ, ਆਪਣੇ ਸੰਤਾਂ ਲੇਹ ਉਭਾਰੀ। ਰਹਾਓ ਮਾਥੇ ਪੀਰ ਸਰੀਰ ਜਲਨ ਹੈ, ਕਲਕ ਕਰੇ ਜੇ ਮਾਈ। ਤੜਫਦਾ ਰਹਿੰਦਾ ਬੰਦਾ, ਐਸੀ ਬੇਦਨ ਉਪਜ ਕਰੀ ਭਾਈ, ਵਾਕਾ ਔਖਦ ਨਹੀਂ। ਕਹਿੰਦਾ ਜਿਹਦੇ ਐਸੀ ਪੀੜਾ ਅੰਦਰ ਉੱਠਦੀ ਹੈ ਜਿਹਦਾ ਇਲਾਜ ਹੀ ਕੋਈ ਨਹੀਂ ਕੋਈ। ਸਤਿਗੁਰੂ ਜੀ ਨੇ ਕਿਹਾ, ਮਾਲਕ ਜੀ ਕਹਿਣ ਲੱਗੇ ਨਵ ਖੰਡਨ ਕੋ ਰਾਜ ਕਮਾਵੇ, 9 ਖੰਡਾਂ ਦਾ ਰਾਜ ਵੀ ਪ੍ਰਾਪਤ ਕਰ ਲੇ, ਅੰਤ ਚਲੇ ਕੋ ਹਾਰੀ। ਕਹਿਣ ਲੱਗੇ ਉਹ ਜੀਵਨ ਨੂੰ, ਜੀਵਨ ਦੀ ਬਾਜੀ ਨੂੰ ਹਾਰ ਕੇ ਜਾਏਗਾ, ਕਿਉਂਕਿ ਪ੍ਰਮਾਤਮਾ ਅਕਾਲ ਪੁਰਖ ਨੂੰ ਉਹ ਮਿਲ ਨਹੀਂ ਪਾਇਆ। ਐਡਾ ਸੋਹਣਾ ਜੀਵਨ ਮਿਲਿਆ ਸੀ,
ਐਡਾ ਅਮੁੱਲਕ ਜੀਵਨ ਮਿਲਿਆ ਸੀ। ਇਸ ਜੀਵਨ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਜਪਦੋ, ਰੱਬ ਦੇ ਨਾਮ ਨੂੰ ਜੇ ਜੀਵਨ ਦੇ ਵਿੱਚ ਲਿਆਉਂਦਾ ਤੇ ਜੀਵਨ ਸਫਲਾ ਹੋ ਜਾਣਾ ਸੀ, ਪਰ ਰੱਬ ਦੇ ਨਾਮ ਨੂੰ ਜੀਵਨ ਦੇ ਵਿੱਚ ਲਿਆਂਦਾ ਨਹੀਂ। ਪਰਮਾਤਮਾ ਨੂੰ ਵਿਸਾਰ ਕੇ ਬੈਠਾ ਰਿਹਾ, ਹਰ ਬਿਸਰਤ ਸਦਾ ਖੁਆਰੀ, ਇਹਦੇ ਪੱਲੇ ਖੁਆਰੀ ਹੋਈ ਪਈ। ਸਤਿਗੁਰੂ ਜੀ ਨੇ ਬਚਨ ਕਹੇ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਮ ਨਾ ਜਿੰਨਾ ਪਾਸ। ਜਿਨ੍ਹਾਂ ਦੇ ਜੀਵਨ ਦੇ ਵਿੱਚ ਰੱਬ ਦਾ ਨਾਮ ਨਹੀਂ, ਮਾਲਕ ਜੀ ਕਹਿੰਦੇ ਉਹ ਹਾੜ ਦੇ ਮਹੀਨੇ ਦੇ ਵਾਂਗੂ ਤਪਦੇ ਆ। ਅਗਲੀ ਪੰਕਤੀ ਸਤਿਗੁਰੂ ਜੀ ਕਹਿੰਦੇ, ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਕਹਿੰਦੇ ਜਿਹੜੇ ਮਨੁੱਖ, ਜਿਹੜੇ ਇਨਸਾਨ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਉਹਨੂੰ ਤਿਆਗ ਦਿੰਦੇ, ਉਹਨੂੰ ਛੱਡ ਦਿੰਦੇ, ਉਹਨੂੰ ਭੁੱਲ ਜਾਂਦੇ। ਤੇਰੇ ਪਿੱਛੇ ਕਿਹਦੇ ਲੱਗਦੇ? ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਮਾਲਕ ਜੀ ਕਹਿੰਦੇ ਮਾਨਸ, ਕਹਿੰਦੇ ਬੰਦਿਆਂ ਦੇ ਪਿੱਛੇ ਲੱਗ ਕੇ ਨਾ, ਬੰਦਿਆਂ ਦੇ ਪਿੱਛੇ ਲੱਗ ਕੇ, ਇਨਸਾਨਾਂ ਦੇ ਪਿੱਛੇ ਲੱਗ ਕੇ, ਕਹਿੰਦੇ ਪਰਮਾਤਮਾ ਦੀ ਆਸ ਓਟ ਭਰੋਸਾ ਸਭ ਕੁਝ ਛੱਡ ਕੇ ਨਾ, ਕਹਿੰਦੇ ਬੰਦਿਆਂ ਦੇ ਪਿੱਛੇ ਲੱਗ ਕੇ ਬੰਦਿਆਂ ਦੀ ਆਸ ਤੱਕਦੇ ਐ। ਮਾਨਸ ਸੰਧੀ ਆਸ, ਗੁਰੂ ਸਾਹਿਬ ਨੇ ਕਿਹਾ ਰੱਬ ਨੂੰ ਵਿਸਾਰ ਕੇ ਬੰਦਿਆਂ ਦੀ ਆਸ ਲਾ ਲਈ ਵੀ ਆਹ ਮੇਰਾ ਸਾਰੇਗਾ, ਆਹ ਮੇਰਾ ਸਾਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੰਦਾ ਤੇ ਆਪ ਰੱਬ ਦਾ ਪੈਦਾ ਕੀਤਾ ਹੋਇਆ, ਬੰਦਾ ਤੇ ਆਪ ਰੱਬ ਦਾ ਮੁਖਾਜ ਹੈ। ਬੰਦਾ ਤੇ ਆਪ ਕਿਸੇ ਦਾ ਚਲਾਇਆ ਚੱਲਦਾ, ਪਰ ਤੂੰ ਬੰਦੇ ਦੇ, ਰੱਬ ਨੂੰ ਭੁਲਾ ਕੇ ਬੰਦੇ ਦੇ ਅੱਗੇ ਝੋਲੀ ਅੱਡ ਕੇ ਬਹਿ ਗਏ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਦੇ ਜੀਵਨ ਦੇ ਵਿੱਚ ਤੇਰੇ ਵਾਧਾ ਹੋ ਹੀ ਨਹੀਂ ਸਕਦਾ, ਕਿਉਂਕਿ ਬੰਦੇ ਦੇ ਪਿੱਛੇ ਲੱਗ ਗਿਆ। ਹੁਣ ਇਹੋ ਜਿਹੇ ਬੜੇ ਆਪਾਂ ਨੂੰ ਮਿਲ ਜਾਣਗੇ। ਸਚਾਈ ਇਹ ਹੈ, ਸਤਿਗੁਰੂ ਜੀ ਕਹਿੰਦੇ ਬਾਣੀ ਦੇ ਵਿੱਚ, ਜਗ ਜੀਵਨ ਪੁਰਖ, ਜਗ ਜੀਵਨ ਪੁਰਖ ਤਿਆਗ ਕੇ, ਰੱਬ ਨੂੰ ਛੱਡ ਕੇ, ਪ੍ਰਮਾਤਮਾ ਨੂੰ ਛੱਡ ਕੇ, ਮਾਨਸ ਸੰਧੀ ਆਸ, ਬੰਦਿਆਂ ਦੀ ਆਸ ਲਾ ਕੇ ਬੈਠੇ ਨੇ, ਜਿਹੜੇ ਬੰਦਿਆਂ ਦੇ ਕੋਲੋਂ ਮੰਗੀ ਜਾਂਦੇ, ਰੱਬ ਨੂੰ ਛੱਡ ਕੇ। ਸਿੱਖ ਇਤਿਹਾਸ ਦੇ ਵਿੱਚ ਇੱਕ ਬੜੀ ਪਿਆਰੀ ਘਟਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਕ ਦੀਵਾਨ ਹੈ, ਜਿਸ ਦਾ ਨਾਂ ਆ ਦੀਵਾਨ ਨੰਦ ਚੰਦ। ਦੀਵਾਨ ਨੰਦ ਚੰਦ। ਇਹ ਦੀਵਾਨ ਨੰਦ ਚੰਦ ਡਰੌਲੀ ਭਾਈ ਕਾ ਰਹਿਣ ਵਾਲਾ ਪਹਿਲਾ ਮਸੰਦ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਆਨੰਦਪੁਰ ਸਾਹਿਬ ਗਿਆ। ਸਤਿਗੁਰੂ ਜੀ ਨੇ ਪ੍ਰੇਮਾ ਭਗਤੀ ਭਾਵਨਾ ਵੇਖੀ, ਸਤਿਗੁਰੂ ਜੀ ਨੇ ਆਪਣੇ ਕੋਲ ਰੱਖ ਲਿਆ ਤੇ ਦੀਵਾਨ ਨਿਯੁਕਤ ਕਰਤਾ ਆਪਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਿਸ਼ਵਾਸ ਬੜਾ ਹੈ, ਭਰੋਸਾ ਬੜਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਸਤਿਗੁਰੂ ਜੀ ਦੇ ਨੇੜੇ ਰਹਿੰਦਾ, ਜੋ ਕੰਮ ਕਰਨਾ ਕਰਾਉਣਾ, ਕਿਉਂਕਿ ਦੀਵਾਨ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਸ਼ਵਾਸ ਕਰਦੇ ਆ, ਭਰੋਸਾ ਕਰਦੇ ਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਰੇ ਕੰਮ ਨਾਲ ਲੱਗ ਕੇ ਗੁਰੂ ਸਾਹਿਬ ਨੂੰ ਕਿਸੇ ਨੂੰ ਮਿਲਾਉਣਾ ਜਾਂ ਮਿਲਣਾ ਕਰਦਾ ਹੈ। ਕਹਿੰਦੇ ਜੀ ਸਮਾਂ ਬੀਤਦਾ ਗਿਆ ਤੇ ਇੱਕ ਵਾਰ ਇੱਕ ਉਦਾਸੀ ਸਾਧੂ, ਕੋਈ ਗੁਰਸਿੱਖ ਸੀ, ਪਿਆਰਾ ਸੀ, ਉਹਦਾ ਰੱਬ ਨਾਲ ਪਿਆਰ ਹੈ। ਉਹਨੇ ਕੀ ਕੀਤਾ ਵੀ ਆਪਣੇ ਹੱਥਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਵਰੂਪ ਤਿਆਰ ਕੀਤਾ। ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਤਾਰੇ ਪਹਿਲਾਂ ਸਨ, ਉਤਾਰੇ ਪਹਿਲਾਂ ਸਨ। ਦਮਦਮਾ ਸਾਹਿਬ ਦੀ ਧਰਤੀ ਤੇ, ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਤੋਂ ਸੰਪਾਦਨਾ ਕੀਤੀ ਹੈ ਨਾ, ਉਹਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਅੰਕਿਤ ਕੀਤੀ ਹੈ। ਇਹ ਘਟਨਾ ਉਦੋਂ ਦੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅਜੇ ਵਿੱਚ ਨਹੀਂ ਹੈਗੀ। ਆਨੰਦਪੁਰ ਸਾਹਿਬ ਦੀ ਘਟਨਾ ਹੈ। ਹੁਣ ਆਨੰਦਪੁਰ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਹਿੰਦੇ ਨੇ। ਦੀਵਾਨ ਆਨੰਦ ਚੰਦ ਦੇ ਕੋਲ ਇੱਕ ਸਾਧੂ ਆਇਆ, ਉਦਾਸੀਨ ਸਾਧੂ। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਆਪਣੇ ਹੱਥਾਂ ਦੇ ਨਾਲ ਲਿਖਿਆ। 5 ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਉਹ ਦਰਜ ਹੈ, ਭਗਤਾਂ ਦੀ ਬਾਣੀ ਹੈ, ਭੱਟਾਂ ਦੀ ਬਾਣੀ ਹੈ। ਸਰੂਪ ਤਿਆਰ ਕੀਤਾ ਤੇ ਮਨ ਦੇ ਵਿੱਚ ਆਇਆ ਵੀ ਇੰਨੀ ਮਿਹਨਤ ਕੀਤੀ ਕਈ ਸਾਲ ਲਾ ਕੇ, ਵੀ ਕਿਉਂ ਨਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਉਹਨਾਂ ਦੀ ਇਜਾਜ਼ਤ ਲੈ ਕੇ ਉਹਨਾਂ ਦੇ ਇਹਦੇ ਤੇ ਸੈਨ ਹੋ ਜਾਣ, ਸਿਆਹੀ ਆਪਾਂ ਪਵਾ ਲਈਏ, ਮੋਹਰ ਲਵਾ ਲਈਏ।
इस गुरु ग्रंथ साहिब जी की बाणी ते, क्योंकि गुरता गद्दी ते विराजमान ने साहिब सतगुरु गुरु गोबिंद सिंह साहिब जी। हुण इस भावना नूं लैके आनंदपुर साहिब पहुंचा। उन्हें आनंदपुर साहिब गुरु गोबिंद सिंह साहिब नूं सीधा तो कोई ऐ थोड़ा भी जिहड़ा कोई जावे तो मिले, पहला सेवादारां नूं मिलना पैंदा, सिखां नूं मिलिया, दीवान नंद चंद तक पहुंच हुई। कहंदे जी गुरु गोबिंद सिंह साहिब नूं मिलना है, कहंदे जी दसो काम, कहंदे जी काम आया भी मैं महाराज दा स्वरूप लिखिया है। कहंदा जी विखा। उन्हें वेख्या, दीवान नंद चंद ने वेखदे ही ना, जदों गुरु ग्रंथ साहिब जी की बाणी के दर्शन किए मन दे विच बेईमानी आ गई। बेईमानी की आई, एडी सोहनी लिखत, एडा वधिया लिखिया, ते बेईमानी ये आ गई भी मैं ये जेड़ा स्वरूप है जां ये जेड़ी गुरु ग्रंथ साहिब की पोथी है मैं अपने कोल रख लेनी। जरूरी नहीं है बंदे की बेईमानी जी पदार्थां ते ही आउंदी है, कई बारी धार्मिक ग्रंथां ते भी आ जाती। धार्मिक काम करदिआं भी बंदा बेईमान हो जाता, सेवा करदिआं भी बंदे दे मन च बेईमानी आ जाती भी मैनू लोग वड्डा सेवादार कहण, हुंदा ना। इसे करके ते लड़ाइयां झगड़े भी आपां देखदे ही पे आ, नाल दी नाल चल रहे ने। हुण मन दे विच बेईमानी आई भी ये मैं रख लेना। उस उदासीन साधु नूं कहंदा भी ये दे दे मैनू, मैं गुरु गोबिंद सिंह साहिब दे कोलों इहदे उत्ते स्याही पवा देंगा, साइन करा देंगा, दस्तखत करा देंगा, मोहर लवा देंगा, तू जा, कुछ दिन बाद मैनू आण के मिली। कहंदा जी सत है। उन्हें कहा भी, कहंदा गुरु गोबिंद सिंह साहिब नूं मिला दिओ। कहंदे जी सतगुरु जी इस तरह करके बिजी ने, किधरे गए हुए ने, सतगुरु है नहीं, बहाना जा ला के मोड़ता। कुछ समा बतीत होया, उदासीन साधु आया, दीवान नंद चंद नूं कहंदा भी मेरा जिहड़ा वो लिखिया सी मैं उहदे ते साइन हो गए, दस्तखत हो गए। कहंदे जी अजे नहीं होए, मोड़ता। फिर आया, फिर मोड़ता, फिर आया, फिर मोड़ता। इसे तरह 5-7 वारी जो मोड़ता ना, एक दिन वो किधरे उदासीन साधु सी ना जिहड़ा, वो आनंदपुर साहिब आया ते दीवान अचनचेत किधरे दीवान लगे सन ते दीवाना दे विच आके पिछे बह गया। दीवाना की समाप्ति हुई। कलगियां वाला ते दिलां दियां जानन वाला है गुरु गोबिंद सिंह साहिब, दीवाना की समाप्ति हुई ते समाप्ति ते गुरु गोबिंद सिंह साहिब सच्चे पातशाह सारियां संगतां दूरों दूरों आउंदियां हाल चाल पुछदे आ सारियां दे। ते ये जिहड़ा दीवान उदासीन साधु पिछे बैठा है ना, इहदियां अखां भरियां होईयां। सतगुरु जी ने अपने कोल बुला लिया भी वो उदासीन साधु नूं बुलाओ। बुलाया, कोल आया। सतगुरु जी कहन लगे भी कोई दुख है, कोई तकलीफ है? कहता नहीं जी दुख ते तकलीफ नहीं कोई भी। सतगुरु जी कहते फिर रोंदे कह दो जे। कहता जी मेरे रोन का कारण यह है भी पता नहीं मेरे तो किहड़ी गलती हो गई है, पता नहीं मैं किड्डा के वड्डा गुनाह कर बैठा, कसूर कर बैठा। सतगुरु गुरु गोबिंद सिंह साहिब भी मैं तुहाडे कोल गुरु ग्रंथ साहिब जी का स्वरूप तैयार किया सी, पोथी तैयार की सी, लिखी सी, तुहाडे तक भेजी सी, पर तुसीं उहदे ते साइन नहीं कीते, स्याही नहीं पाई। सतगुरु गुरु गोबिंद सिंह साहिब जी कहते किहड़ी पोथी, साडे कोल ते पहुंची हुई नहीं। कहता जी पहुंची नहीं। कहता जी मैनू तकरीबन 6 महीने हो गए गेड़े पकड़दे आनू, ते मैं 6 महीने पहला दे के गया था। सतगुरु गुरु गोबिंद सिंह साहिब जी कहते किहनूं दे के गए सो? कहता जी तुहाडे दीवान नूं, नंद चंद नूं। सतगुरु गुरु गोबिंद सिंह साहिब जी कहते दीवान नंद चंद नूं बुलाओ, आपां पंक्ति साझी कर रहे हैं। जग जीवन पुरख त्याग कै मानस संधि आस, चेते रखिया जी। सतगुरु जी कहते दीवान नंद चंद नूं बुलाओ, पेश किया जाए। उन्होंने बुलावा भेजा, उन्होंने पता लग गया भी अज गए फस। भी गुरु गोबिंद सिंह साहब सच्चा पातशाह भी मेरे ते इन्ना विश्वास करदा, भरोसा करदा, इन्ना मेरे ते भरोसा सी गुरु गोबिंद सिंह साहब दा, ते मैं गुरु गोबिंद सिंह साहब जी का विश्वास भरोसा तोड़ता है। हुण मैं किहड़े मूँह दे नाल गुरु गोबिंद सिंह साहब जी के दीवान च जा, दरबार च जावां, की मूँह लैके जावां? भी सतगुरु मैं बेईमान भी होया ते गुरु ग्रंथ साहब जी की पोथी स्वरूप ते बाणी ते जे बेईमानी भी आई ते इहदे ते आई। हुण जदों इहनूं पता लग्या भी गुरु गोबिंद सिंह साहब जी बुलाउंदे, इहने की कीता?
ਦੀਵਾਨ ਆਨੰਦ ਚੰਦ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਿਲੇ ਤੋਂ ਬਗੈਰ ਮਨ ਦੇ ਵਿੱਚ ਘਾੜਤ ਘੜੀ, ਮਨ ਦੇ ਵਿੱਚ ਘਾੜਤ ਘੜੀ, ਮਨ ਦੇ ਵਿੱਚ ਸੋਚ ਆਈ ਵੀ ਛੱਡ ਮਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਛੱਡ ਤੇ ਚੱਲ ਚੱਲੀਏ ਸੋਢੀ ਧੀਰ ਮਲੀਆਂ ਦੇ ਕੋਲ ਚੱਲੀਏ। ਉਹਨਾਂ ਦੇ ਕੋਲ ਜਾ ਕੇ ਬੈਠੇ ਆ, ਉਹਨਾਂ ਦੇ ਕੋਲ ਜਾਵਾਂਗੇ। ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਬਾਣੀ ਦੀ ਪੋਥੀ ਹੈ, ਬੜੀ ਸੋਹਣੀ ਲਿਖੀ ਆ। ਅਗਲੇ ਸਤਿਕਾਰ ਦੇਣਗੇ ਮੈਨੂੰ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੱਥੇ ਲੱਗਣ ਤੋਂ ਬਗੈਰ ਚਾਹੀਦਾ ਤੇ ਇਹ ਸੀ ਵੀ ਜੇ ਗਲਤੀ ਕਾਰੀ ਬੈਠਾ ਸੀ ਤੇ ਆਣ ਕੇ ਕਲਗੀਆਂ ਵਾਲੇ ਦੇ ਚਰਨ ਫੜ ਲੈਂਦਾ, ਰੋ ਪੈਂਦਾ, ਬਾਲਕਾ ਬਖਸ਼ ਦੇ, ਮੇਰੀ ਗਲਤੀ ਹੋ ਗਈ, ਮੰਨ ਲੈਂਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਵਾਨ ਸੀ, ਫਿਰ ਕੀ ਸੀ, ਗਲਤੀ ਮੰਨ ਲੈਂਦਾ, ਵੱਧ ਤੋਂ ਵੱਧ ਸਤਿਗੁਰੂ ਸਜ਼ਾ ਦੇ ਦਿੰਦੇ। ਪਰ ਇਹਨੇ ਹੁਣ ਜਦੋਂ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਬਚਨ ਹੈ, ਮਾਲਕ ਜੀ ਕਹਿੰਦੇ ਨੇ ਜਿਸਨੋਂ ਆਪ ਖਵਾਏ ਕਰਤਾ ਖੁਸ਼ ਲਏ ਚੰਗਿਆਈ। ਜਿਹਨੂੰ ਮਾਲਕ ਆਪ ਖੁਆਰ ਕਰਨਾ ਚਾਹੁੰਦਾ ਨਾ, ਸਤਿਗੁਰੂ ਜੀ ਕਹਿੰਦੇ ਉਹਦੀ ਚੰਗਿਆਈ ਪਰਮਾਤਮਾ ਆਪ ਹੀ ਖੋਹ ਲੈਂਦਾ। ਸੱਚਾਈ ਹੈ। ਇਹਨੇ ਗੁਨਾਹ ਬੜਾ ਵੱਡਾ ਕੀਤਾ, ਕੋਈ ਪਦਾਰਥ ਤੇ ਹੁੰਦਾ, ਕਿਸੇ ਹੋਰ ਚੀਜ਼ ਤੇ ਬੇਈਮਾਨ ਹੋ ਜਾਂਦਾ, ਬਖਸ਼ਿਆ ਜਾਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੋ ਸਕਦਾ ਕੁਛ ਨਾ ਕਹਿੰਦੇ, ਪਰ ਇਹਨੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਤੇ ਹੀ ਬੇਈਮਾਨ ਹੋ ਗਿਆ। ਹੁਣ ਇਹਨੂੰ ਵੀ ਪਤਾ ਹੈ ਇਹਨੇ ਕੀ ਕੀਤਾ। ਇਹਨੇ ਗੁਰੂ ਆਨੰਦਪੁਰ ਸਾਹਿਬ ਨੂੰ ਛੱਡਿਆ ਤੇ ਧੀਰ ਮਲੀਆਂ ਕੋਲ ਗਿਆ। ਧੀਰ ਮਲੀਆਂ ਨੂੰ ਖਬਰ ਭੇਜਤੀ ਵੀ ਮੈਂ ਆ ਰਿਹਾ। ਹੁਣ ਉੱਥੇ ਜਿਹੜੇ ਬੈਠੇ ਆ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਵੀ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਵਾਨ ਹੈ, ਦੀਵਾਨ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਸਿਖਾ ਕੇ ਭੇਜਿਆ। ਸਾਡੇ ਵਿੱਚ ਰਲ ਕੇ ਲੱਗਦਾ ਸਾਡੇ ਭੇਦ ਲੈਣਾ ਚਾਹੁੰਦਾ ਏ। ਉਹਨਾਂ ਨੇ ਹੋਰ ਸੋਚ ਲਿਆ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਣੇ ਬੰਦੇ ਪਹਿਲਾਂ ਹੀ ਖੜਾ ਦਿੱਤੇ ਵੀ ਇਹ ਬੰਦੇ ਨੂੰ ਆਉਂਦਿਆਂ ਹੀ ਨਾ ਇਹ ਲੱਗਦਾ ਸੂਈਆ ਬਣ ਕੇ ਆਉਂਦਾ, ਸਾਡੇ ਵਿੱਚ ਰਲਣ ਦੀ ਕੋਸ਼ਿਸ਼ ਕਰਦਾ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਹਾਰਾਜ ਦਾ ਸਰੂਪ ਕਿੱਥੋਂ ਦੇ ਦੇਣਗੇ ਬਈ। ਹੁਣ ਇਹਨਾਂ ਨੂੰ ਨਹੀਂ ਨਾ ਪਤਾ ਵੀ ਇਹਨੇ ਤਾਂ ਬੇਈਮਾਨੀ ਕੀਤੀ ਹੋਈ ਆ। ਉਹਨਾਂ ਨੇ ਆਪਣੇ ਬੰਦੇ ਪਹਿਲਾਂ ਹੀ ਖਿਲਾਰ ਦਿੱਤੇ ਵੀ ਇਹ ਆਏਗਾ ਨਾ ਤੇ ਅਜੇ ਜੇ ਹਵੇਲੀ ਦਾ ਗੇਟ ਵੜੇਗਾ ਤੇ ਗੇਟ ਵੜਦਿਆਂ ਹੀ ਇਹਦੇ ਦੋ ਟੁਕੜੇ ਕਰ ਦੇਣੇ। ਕਵੀ ਸੰਤੋਖ ਸਿੰਘ ਜੀ ਨੇ ਘਟਨਾ ਲਿਖੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ। ਹੋਇਆ ਵੀ ਇਸ ਤਰ੍ਹਾਂ, ਇਹ ਕਹਿੰਦਾ ਵੀ ਲੈ ਹੁਣ ਤੇ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਧੀਰ ਮਲੀਆਂ ਦੇ ਕੋਲ ਮੇਰਾ ਸਤਿਕਾਰ ਬੜਾ ਹੋਏਗਾ, ਅਦਬ ਬੜਾ ਹੋਏਗਾ, ਕਿਉਂਕਿ ਮੈਂ ਇਧਰੋਂ ਵੀ ਉੱਚੀ ਪੋਸਟ ਤੋਂ ਜਾ ਰਿਹਾ ਨਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੀਵਾਨ ਆ, ਉੱਥੇ ਵੀ ਮੇਰੀ ਇੱਜ਼ਤ ਹੋਏਗੀ। ਪਰ ਅਗਲਿਆਂ ਨੇ ਕੁਝ ਹੋਰ ਸੋਚ ਛੱਡਿਆ ਸੀ। ਜਦੋਂ ਦਰਵਾਜ਼ੇ ਦੇ ਅੰਦਰ ਵੜਿਆ, ਡਿਉੜੀ ਦੇ ਵਿੱਚ ਗਿਆ, ਦਰਵਾਜ਼ੇ 'ਚ ਵੜਦਿਆਂ ਬੰਦੇ ਖਿਲਾਰੇ ਸਨ ਤੇ ਉਹਨਾਂ ਨੇ ਫੜ ਕੇ ਤੇ ਦੋ ਟੁਕੜੇ ਕਰਤੇ। ਕਵੀ ਜੀ ਨੇ ਬੜੀ ਲੰਮੀ ਵਾਰਤਾ ਲਿਖੀ ਹੈ ਇਹਦੇ ਬਾਰੇ। ਛੇਤੀ ਕਿਤੇ ਵੈਸੇ ਉਹਨਾਂ ਦੇ ਹੱਥ ਨਹੀਂ ਆਉਂਦਾ ਪਿਆ ਸੀ, ਛੇਤੀ ਕਿਤੇ ਉਹਨਾਂ ਤੋਂ ਮਰਿਆ ਨਹੀਂ, ਦੋ ਟੁਕੜੇ ਵੱਢ ਕੇ ਛੱਡ ਦਿੱਤਾ, ਮਾਰਿਆ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਗਿਆ। ਆਸ ਕਿਹਦੀ ਲਾਈ, ਧੀਰ ਮਲੀਆਂ ਦੀ। ਆਸ ਕਿਹਦੀ ਲਾਈ, ਜਿਹੜੇ ਗੁਰੂ ਘਰ ਦੇ ਨਿੰਦਕ ਹੈ ਉਹਨਾਂ ਦੀ ਆਸ ਤੱਕੀ, ਜਿਨ੍ਹਾਂ ਨੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਗੋਲੀ ਚਲਵਾਈ ਸੀ ਛੀਏ ਮਸੰਦ ਦੇ ਰਹੀ। ਉਹਨਾਂ ਦੇ ਕੋਲ ਗਿਆ ਜਿਹੜੇ ਗੁਰੂ ਨਾਨਕ ਦੇ ਘਰ ਦੇ ਵਿਰੋਧੀ ਨੇ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਐਵੇਂ ਨਹੀਂ ਬਚਨ ਕਹਤੇ। ਮਾਲਕ ਜੀ ਕਹਿਣ ਲੱਗੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਉਹ ਰੱਬ ਨੂੰ ਛੱਡ ਕੇ ਜਿਹੜਾ ਬੰਦਿਆਂ ਦੀਆਂ ਆਸਾਂ ਤੱਕਦਾ ਹੈ, ਜੀਵਨ ਦੇ ਵਿੱਚ ਕਦੇ ਉਹ ਸਫਲਾ ਨਹੀਂ ਹੋ ਸਕਦਾ, ਕਿਉਂਕਿ ਬੰਦਾ ਤੇ ਆਪ ਰੱਬ ਦਾ ਮੁਤਾਜ ਹੈ। ਸਤਿਗੁਰੂ ਜੀ ਨੇ ਬਚਨ ਕਹੇ। ਮਾਲਕ ਜੀ ਕਹਿਣ ਲੱਗੇ ਨੇ ਦੁਈਐ ਭਾਏ ਵਿਗੁਚੀਐ, ਕਹਿੰਦੇ ਦੂਜੇ ਭਾ ਦੇ ਵਿੱਚ ਖੁਆਰੀ ਹੈ। ਵਿਗੁਚੀਆ ਦਾ ਮਤਲਬ ਖੁਆਰੀ ਹੈ, ਹਰ ਵਿਸਰਤ ਸਦਾ ਖੁਆਰੀ। ਵਿਗੁਚਣਾ ਦੁਈਐ ਭਾਏ ਵਿਗੁਚੀਐ, ਗੱਲ ਪਈਐਸ ਜਮ ਕੀ ਫਾਂਸ, ਕਹਿੰਦੇ ਵਿਕਾਰਾਂ ਦੀ ਫਾਂਸੀ ਗਲ ਦੇ ਵਿੱਚ ਆ ਪੈਂਦੀ ਆ। ਵਿਕਾਰ ਘੇਰ ਲੈਂਦੇ ਆ, ਫਸ ਜਾਂਦਾ ਬੰਦਾ ਇਹਨਾਂ ਦੇ ਚੁੰਗਲ ਦੇ ਵਿੱਚ। ਜਗ ਜੀਵਨ ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੋ ਜੇ ਬੰਦਾ ਬੀਜਦਾ ਹੈ ਨਾ, ਜਿਹੋ ਜਿਹਾ ਬੰਦਾ ਬੀਜੇਗਾ, ਜਿਹੋ ਜੇ ਕਰਮ ਕਰੇਗਾ, ਉਹੋ ਜਿਹਾ ਹੀ ਫਲ ਪ੍ਰਾਪਤ ਹੋ ਜਾਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ
ਮਾਲਕ ਜੀ ਕਹਿਣ ਲੱਗੇ ਚੇਤੇ ਰੱਖਿਓ ਚੰਗਿਆਈਆਂ ਬੁਰਿਆਈਆਂ, ਚੰਗੇ ਕਰਮ ਤੇ ਮਾੜੇ ਕੰਮ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਅੱਗੇ ਕਿਹਾ, ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮ ਨੇ। ਚੰਗੇ ਕਰਮਾਂ ਵਾਲੇ ਜੀਵਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਰੱਬ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਲੈਂਦੇ ਆ, ਰੱਬ ਦੀ ਅਭੇਦਤਾ ਪ੍ਰਾਪਤ ਕਰ ਲੈਂਦੇ ਆ, ਜੀਵਨ ਨੂੰ ਸਫਲਾ ਕਰ ਲੈਂਦੇ। ਮਾੜੇ ਕਰਮਾਂ ਵਾਲੇ ਜੀਵਨ ਦੇ ਵਿੱਚ ਫੇਲ ਹੋ ਜਾਂਦੇ। ਤਾਂ ਹੀ ਤੇ ਕਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਨੇੜੇ ਹੋ ਜਾਂਦੇ, ਕਈ ਰੱਬ ਤੋਂ ਵਿਛੜ ਜਾਂਦੇ ਆ, ਦੂਰ ਹੋ ਜਾਂਦੇ ਆ। ਇਸੇ ਲਈ ਗੁਰੂ ਸਾਹਿਬ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਫਰੀਦਾ ਲੋੜੈ ਦਾਖ ਬਜੂਰੀਆਂ। ਲੋੜਦਾ ਦਾਖਾਂ ਤੇ ਬਜੂਰੀਆਂ, ਕਿੱਕਰ ਬੀਜੈ ਜੱਟ ਬੀ ਕਿਕਰਾਂ ਦੇ ਬੀਜੇ ਆ, ਹੰਡੈ ਉੱਨ ਕਤਾਏ ਦਾ। ਓਏ ਕਤਦਾ ਤੇ ਤੂੰ ਉੱਨ ਪਿਆ, ਪੈਦਾ ਲੋੜੈ ਪੱਟ, ਤੇ ਲੋੜਦਾ ਚਾਹੁੰਦਾ ਤੂੰ ਮੈਨੂੰ ਰੇਸ਼ਮ ਪ੍ਰਾਪਤ ਹੋ ਜੇ। ਕਿਵੇਂ ਹੋ ਸਕਦਾ? ਇੱਥੇ ਤੇ ਸਤਿਗੁਰੂ ਜੀ ਦੀ ਬਾਣੀ ਦਾ ਇਹ ਫੈਸਲਾ ਏ। ਮਾਲਕ ਜੀ ਕਹਿਣ ਲੱਗੇ ਜੈਸਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਕਰਮਾ ਸੰਦੜਾ ਖੇਤ ਆ। ਇੱਥੇ ਜਿਵੇਂ ਦੇ ਬੰਦਾ ਕਰਮ ਕਰੇਗਾ ਨਾ, ਇਹ ਸੱਚਾਈ ਏ। ਇਹ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ। ਜੇ ਅਸੀਂ ਪਾਪ ਰੂਪੀ ਕਰਮ ਕਰ ਰਹੇ ਹਾਂ, ਚੇਤੇ ਰੱਖਿਆ ਜੇ ਉਹਦਾ ਫਲ ਵੀ ਸਾਨੂੰ ਭੁਗਤਣਾ ਪੈਣਾ। ਸੋਚਾਂ ਮਾੜੀਆਂ, ਵਿਚਾਰਾਂ ਮਾੜੀਆਂ। ਅੱਜ ਆਪਾਂ ਇਹ ਗੱਲ ਕਹਿੰਦੇ ਆ ਨਾ ਵੀ ਅੱਜ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਗੁਰਸਿੱਖ ਪੈਦਾ ਨਹੀਂ ਹੋ ਰਹੇ। ਅੱਜ ਆਪਾਂ ਵੇਖ ਰਹੇ ਹਾਂ ਕਿ ਅੱਜ ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ ਜਿਹੜੇ ਗੁਰੂ ਕੇ ਸਿੱਖ ਨੇ, ਉਹਨਾਂ ਵਰਗੇ ਸਿੱਖ ਅੱਜ, ਉਹਨਾਂ ਵਰਗਾ ਜਜ਼ਬਾ ਨਹੀਂ ਰਿਹਾ ਸਿੱਖਾਂ ਦੇ ਵਿੱਚ। ਇਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ, ਸਾਡੇ ਕਰਮ ਵੀ ਉਹੋ ਜਿਹੇ ਹੋ ਗਏ। ਜਿਹੋ ਜਿਹੇ ਕਰਮ ਨੇ ਉਹੋ ਜਿਹਾ ਸਾਨੂੰ ਫਲ ਮਿਲਦਾ ਪਿਆ। ਜੇ ਸ਼ਹੀਦ ਬਾਬਾ ਦੀਪ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ, ਭਾਈ ਸ਼ਹਿਬਾਜ਼ ਤੇ ਸੁਬੇਗ ਸਿੰਘ ਵਰਗੇ ਜੇ ਪੁੱਤ ਪੈਦਾ ਕਰਨੇ ਆ, ਪਹਿਲਾਂ ਸਾਨੂੰ ਆਪਣੀ ਸੋਚ ਵਿਚਾਰ, ਆਪਣੀ ਸਮਾਜ ਨੂੰ ਬਦਲਣਾ ਪੈਣਾ। ਇੱਕ ਨੈਪੋਲੀਅਨ ਹੋਇਆ ਬੜਾ ਵੱਡਾ ਰਾਈਟਰ, ਨੈਪੋਲੀਅਨ। ਉਸ ਨੈਪੋਲੀਅਨ ਨੇ ਬੜੀ ਪਿਆਰੀ ਗੱਲ ਲਿਖੀ। ਕਹਿੰਦੇ ਜੇ ਤੁਸੀਂ ਚੰਗਾ ਸਮਾਜ ਸਿਰਜਣਾ ਚਾਹੁੰਦੇ ਜੇ ਤੁਸੀਂ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਜੇ, ਤੁਸੀਂ ਚਾਹੁੰਦੇ ਹੋ ਵੀ ਸਾਡਾ ਸਮਾਜ ਚੰਗਾ ਹੋਵੇ, ਤੇ ਉਹਦੇ ਵਾਸਤੇ ਨੈਪੋਲੀਅਨ ਕਹਿੰਦਾ ਇੱਕੋ ਇੱਕ ਜਿਹੜਾ ਉਹ ਮੇਨ ਤਰੀਕਾ ਹੈਗਾ, ਉਹ ਕਹਿੰਦੇ ਤਰੀਕਾ ਇਹ ਹੈ ਵੀ ਤੁਸੀਂ ਚੰਗੀਆਂ ਮਾਵਾਂ ਪੈਦਾ ਕਰੋ। ਸਮਝ ਰਹੇ ਹੋ? ਚੰਗੀਆਂ ਕੁੱਖਾਂ ਪੈਦਾ ਕਰੋ। ਜੇ ਤੁਹਾਡੇ ਕੋਲ ਚੰਗੀਆਂ ਕੁੱਖਾਂ, ਬੰਦਗੀ ਵਾਲੀਆਂ, ਜੀਵਨ ਵਾਲੀਆਂ ਮਾਵਾਂ, ਕਹਿੰਦੇ ਉਹਨਾਂ ਕੁੱਖਾਂ ਦੇ ਵਿੱਚੋਂ ਪੈਦਾ ਹੋਏ ਬੱਚੇ ਵੀ ਚੰਗੇ ਸਮਾਜ ਦੇ ਵਿੱਚ ਜਾਂ ਚੰਗੇ ਸਮਾਜ ਨੂੰ ਉਹ ਸਿਰਜਣਗੇ, ਚੰਗੇ ਹੋਣਗੇ। ਤੇ ਜੇ ਮਾਵਾਂ ਦਾ ਜੀਵਨ ਹੀ ਆਪਣਾ ਹੀ ਡਿੱਗਿਆ, ਜੇ ਮਾਵਾਂ ਦਾ ਜੀਵਨ ਆਪਣਾ ਹੀ ਨਹੀਂ ਵਧੀਆ, ਤੇ ਮੈਨੂੰ ਮਾਫ ਕਰਿਆ ਜੇ ਮਤਾ ਤੁਸੀਂ ਇਹ ਸੋਚੋ ਵੀ ਉਹਨਾਂ ਦੀ ਕੁੱਖ ਚੋਂ ਪੈਦਾ ਹੋਣ ਵਾਲਾ ਬੱਚਾ ਕੋ ਗੁਰੂ ਦਾ ਸਿੱਖ ਹੋਏਗਾ। ਸਾਰਾ ਦਿਨ ਟੀਵੀ ਅੱਗੇ ਨਹੀਂ, ਲੱਚਰ ਗਾਣੇ ਮਾਂ ਦਾ ਸੁਣਨ ਵਾਲੇ ਧਿਆਨ ਹੈ, ਟੀਵੀ ਚੈਨਲਾਂ ਵੱਲੇ, ਆਪਾਂ ਕਹਿ ਲਈਏ ਨਾਟਕਾਂ ਦੇ ਵੱਲੇ ਧਿਆਨ ਹੈ, ਤੇ ਮਾਂ ਦੀ ਕੁੱਖ ਦੇ ਵਿੱਚ ਜਿਹੜਾ ਪਲ ਰਿਹਾ ਬੱਚਾ ਹੈ, ਚੇਤੇ ਰੱਖਿਓ ਬੱਚੇ ਦਾ ਪੂਰੇ ਦੀ ਪੂਰੀ ਬਾਡੀ ਜਿਹੜੀ ਹੈ, ਸਰੀਰ ਹੈ ਜਿਹੜਾ, ਦਿਮਾਗ ਤੱਕ ਮਾਂ ਦੇ ਪੇਟ 'ਚ ਬਣਦਾ ਹੈ। ਜੇ ਖਾਧੀ ਹੋਈ ਖੁਰਾਕ ਬੱਚੇ ਤੱਕ ਪਹੁੰਚਦੀ ਹੈ, ਤੇ ਅੱਖਾਂ ਦੇ ਨਾਲ ਵੇਖਿਆ ਹੋਇਆ, ਕੰਨਾਂ ਦੇ ਨਾਲ ਸੁਣਿਆ ਹੋਇਆ ਵੀ ਬੱਚੇ ਦਾ ਉਸ ਸਰੀਰ ਤੱਕ ਪਹੁੰਚਦਾ, ਉਹ ਬੱਚਾ ਮਾਂ ਦੇ ਪੇਟ 'ਚ ਬਣਦਾ। ਐਵੇਂ ਨਹੀਂ ਕਹਤਾ। ਚੰਗੀਆਂ ਮਾਵਾਂ ਪੈਦਾ ਕਰੀਏ, ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹੋ। ਤੇ ਹੁਣ ਸਾਡੇ ਸਾਹਮਣੇ ਹੀ ਹੈ, ਜੋ ਕੁਝ ਅਸੀਂ ਕਰ ਰਹੇ ਹਾਂ, ਜੋ ਕੁਝ ਅਸੀਂ ਸੁਣ ਰਹੇ ਹਾਂ, ਸਾਡੇ ਸਾਹਮਣੇ ਹੈ। ਉਹੋ ਜਿਹਾ ਹੀ ਸਾਡਾ ਸਮਾਜ ਬਣਦਾ ਪਿਆ। ਸਾਡੇ ਬੱਚਿਆਂ ਦਾ, ਸਾਡਾ ਰੁਝਾਨ ਆਪਾਂ ਸਾਰੇ ਵੇਖ ਰਹੇ ਹਾਂ ਨਾ। ਅੱਜ ਗੁਰਦੁਆਰੇ ਆਉਣ ਵਾਸਤੇ ਨੌਜਵਾਨ ਪੀੜ੍ਹੀ ਤਿਆਰ ਨਹੀਂ ਹੈਗੀ। ਇਹਦੇ 'ਚ ਕੋਈ ਝੂਠ ਨਹੀਂ ਹੈਗਾ, ਸੱਚਾਈ ਹੈ। ਕੋਈ ਵਿਰਲੇ ਨੇ ਬੱਚੇ, ਨਹੀਂ ਤੇ ਹੁਣ ਤੇ ਛੁੱਟੀਆਂ ਸਨ, ਆ ਸਕਦੇ ਸਨ। ਸਾਡੇ ਨੌਜਵਾਨ ਬੱਚੇ ਹੋਰਾਂ ਪਾਸੇ ਜਾਣ ਨੂੰ ਤੇ ਤਿਆਰ ਨੇ, ਗੁਰਦੁਆਰੇ ਦੇ ਵੱਲ, ਧਾਰਮਿਕ ਕਰਮਾਂ ਦੇ ਵੱਲ ਉਹਨਾਂ ਦਾ ਧਿਆਨ, ਰੁਝਾਨ ਨਹੀਂ ਹੈਗਾ। ਆਪਾਂ ਇਹਨਾਂ ਨੂੰ ਨਾ ਕਹੀਏ ਵੀ ਮੇਰੇ ਬੱਚੇ ਜਾਂਦੇ ਨਹੀਂ, ਮੇਰੇ ਬੱਚੇ ਮੰਨਦੇ ਨਹੀਂ। ਸੱਚਾਈ ਇਹ ਹੈ, ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਮਾਲਕ ਜੀ ਕਹਿੰਦੇ, ਸਤਿਗੁਰੂ ਜੀ ਦੀ ਬਾਣੀ, ਮਾਲਕ ਜੀ ਕਹਿੰਦੇ, ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ।
ਜਿਵੇਂ ਦਾ ਬੀਜੇਗਾ ਉਵੇਂ ਦਾ ਵੱਢ ਲਏਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੈਸਲਾ ਹੈ। ਸਤਿਗੁਰੂ ਜੀ ਦੇ ਬਚਨ, ਰਹਿਣ ਵਿਹਾਣੀ ਪਛੋਤਾਣੀ, ਉੱਠ ਚਲੀ ਗਈ ਨਿਰਾਸ। ਕਹਿਣ ਲੱਗੇ ਉਹਨਾਂ ਦੀ ਰਾਤ, ਉਹਨਾਂ ਦੀ ਜੀਵਨ ਰੂਪੀ ਰਾਤ ਜਿਹੜੀ ਹੈ ਉਹ ਬੀਤ ਗਈ, ਪਛਤਾਵੇ ਦੇ ਵਿੱਚ ਬੀਤ ਗਈ। ਉਹ ਤੜਫਦੇ ਹੋਏ, ਕਿਉਂਕਿ ਆਸਾੜ ਤਪੰਦਾ ਤਿਸ ਲੱਗਿਆ, ਉਹ ਹਾੜ ਦੇ ਮਹੀਨੇ ਦੇ ਵਾਂਗੂ ਤੜਫਦੇ ਰਹੇ। ਉਹਨਾਂ ਨੇ ਜੀਵਨ ਦੇ ਵਿੱਚ ਸ਼ਾਂਤੀ ਆਨੰਦ ਪ੍ਰਾਪਤ ਕੀਤਾ ਹੀ ਨਹੀਂ। ਰਹਿਣ ਵਿਹਾਣੀ ਪਛੋਤਾਣੀ, ਉੱਠ ਚਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਪਰ ਸਤਿਗੁਰੂ ਜੀ ਨੇ ਨਾਲ ਹੀ ਬਚਨ ਕਹੇ, ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜੇ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਗਿਆਨ ਪ੍ਰਾਪਤ ਕੀਤਾ, ਜਿਹੜੇ ਸ਼ਬਦ ਨਾਲ ਜੁੜ ਗਏ, ਕਹਿਣ ਲੱਗੇ ਉਹ ਰੱਬ ਦੇ ਘਰ ਦੇ ਵਿੱਚ ਉਹਨਾਂ ਦੀ ਖਲਾਸੀ ਹੋ ਗਈ, ਛੁੱਟ ਗਏ। ਉਹਨਾਂ ਨੇ ਆਪਣਾ ਜੀਵਨ ਸਫਲਾ ਕਰ ਲਿਆ, ਕਿਉਂਕਿ ਗੁਰੂ ਦੇ ਕੋਲੋਂ ਸਮਝ ਲੈ ਕੇ, ਗਿਆਨ ਲੈ ਕੇ ਉਹਨਾਂ ਨੇ ਜੀਵਨ ਨੂੰ ਜਿਉਇਆ ਹੈ। ਉਹਨਾਂ ਦੇ ਜੀਵਨ ਦੇ ਵਿੱਚ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੱਤੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਦੇ ਰਾਹੀਂ ਜੀਵਨ ਦੇ ਵਿੱਚ ਨਾਮ ਆਉਣਾ, ਗੁਰੂ ਦੇ ਰਾਹੀਂ ਜੀਵਨ ਜਿਉਣ ਦੀ ਜੁਗਤੀ ਸੋਝੀ ਜਿਹੜੀ ਪ੍ਰਾਪਤ ਹੋਣੀ ਹੈ। ਮਾਲਕ ਨੇ ਬਚਨ ਕਹੇ, ਸਤਿਗੁਰੂ ਜੀ ਕਹਿੰਦੇ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਮਾਲਕ ਜੀ ਕਿਰਪਾ ਕਰੋ, ਆਪਣੀ ਰਹਿਮਤ ਕਰੋ, ਬਖਸ਼ਿਸ਼ ਕਰੋ, ਤੇਰੇ ਦਰਸ਼ਨਾਂ ਦੀ ਤਾਂਘ ਜੀਵਨ ਦੇ ਵਿੱਚ ਪੈਦਾ ਹੋ ਜਾਏ, ਤੁਹਾਡੇ ਦਰਸ਼ਨਾਂ ਦਾ ਚਾਹ ਜੀਵਨ ਦੇ ਵਿੱਚ ਪੈਦਾ ਹੋ ਜਾਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਇਸ ਗੱਲ ਦੀ ਨਾਮ ਜਪਣ ਵਾਲੀ ਰੂਹ ਨੂੰ ਸਮਝ ਪੈ ਜਾਂਦੀ ਹੈ ਕਿ ਪ੍ਰਮਾਤਮਾ ਤੁਹਾਡੇ ਤੋਂ ਬਿਨਾ ਇਸ ਜੀਵਨ ਦੇ ਵਿੱਚ ਮੇਰਾ ਭਲਾ ਕਰਨ ਵਾਲਾ ਹੋਰ ਕੋਈ ਵੀ ਨਹੀਂ, ਮੇਰੀ ਬਾਹ ਫੜਨ ਵਾਲਾ ਹੋਰ ਕੋਈ ਵੀ ਨਹੀਂ। ਜੇ ਕੋਈ ਹੈ ਉਹ ਕੇਵਲ ਤੇ ਕੇਵਲ ਤੁਸੀਂ ਹੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਮੇਰੀ ਅਰਦਾਸ ਹੈ, ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲਓ, ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਕਹਿੰਦੇ ਹਾੜ ਦਾ ਮਹੀਨਾ ਉਹਨਾਂ ਵਾਸਤੇ ਸੁਖਦਾਈ ਆ। ਹਾੜ ਦੇ ਮਹੀਨੇ ਦੇ ਵਿੱਚ ਉਹ ਤਪਦੇ ਨਹੀਂ, ਉਹ ਸੁਖੀ ਰਹਿੰਦੇ ਆ, ਉਹ ਸ਼ਾਂਤ ਰਹਿੰਦੇ ਆ। ਕਿਹੜੇ? ਸਤਿਗੁਰੂ ਜੀ ਕਹਿਣ ਲੱਗੇ, ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ। ਹਰ ਨਾਮ ਉਹ ਤੜਫਦਾ ਨਹੀਂ, ਉਹ ਹਾੜ ਦੇ ਮਹੀਨੇ ਦੇ ਵਿੱਚ ਵੀ ਠੰਡਾ ਰਹਿੰਦਾ। ਉਹ ਤੱਤੀ ਤਵੀ ਤੇ ਬੈਠਾ ਹੋਇਆ ਵੀ ਕਹਿੰਦਾ, ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ। ਨਾਨਕ ਮੰਗੈ, ਅੱਜ ਏਸੀ ਥੱਲੇ ਬੈਠੇ ਵੀ ਅਸੀਂ ਤੜਫਦੇ ਪਏ ਹਾਂ, ਅੱਜ ਕੂਲਰਾਂ ਥੱਲੇ ਬੈਠੇ ਵੀ ਸਾਡੇ ਅੰਦਰ ਅੱਗ ਦੇ ਭਾਂਬੜ ਮਚੇ ਹੈ, ਦਿਨੇ ਰਾਤ ਤੜਫਦੇ ਪਏ ਹਾਂ। ਸਤਿਗੁਰੂ ਜੀ ਕਹਿੰਦੇ, ਜਿਨ੍ਹਾਂ ਦੇ ਮਨ ਦੇ ਵਿੱਚ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਆ ਜਾਂਦਾ ਹੈ, ਪਰਮਾਤਮਾ ਦੀ ਪ੍ਰੀਤ ਤੇ ਪ੍ਰੇਮ ਆ ਜਾਂਦਾ ਹੈ। ਸਤਿਗੁਰੂ ਜੀ ਨੇ ਬਚਨ ਕਹੇ, ਆਸਾੜ ਸੁਹੰਦਾ ਤਿਸ ਲੱਗੈ। ਹਾੜ ਦਾ ਮਹੀਨਾ ਉਹਨਾਂ ਵਾਸਤੇ ਸੁਹਾਵਣਾ ਹੈ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦੇ ਚਰਨ ਨਿਵਾਸ ਕਰ ਜਾਂਦੇ, ਗੁਰੂ ਦਾ ਸ਼ਬਦ ਜਿਨ੍ਹਾਂ ਦੇ ਜੀਵਨ ਦੇ ਵਿੱਚ ਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਾਲਕ ਰਹਿਮਤ ਕਰਨ। ਕੋਸ਼ਿਸ਼ ਕਰਿਓ ਵੀ ਇਹ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਬਚਨ ਨੂੰ ਆਪਾਂ ਜੀਵਨ ਦੇ ਵਿੱਚ ਕਮਾਉਣਾ ਹੈ। ਕੋਸ਼ਿਸ਼ ਕਰਨੀ ਹੈ ਵੀ ਆਪਾਂ ਵੀ ਹਾੜ ਦਾ ਮਹੀਨਾ ਜਿਵੇਂ ਤਪਦਾ, ਅਸੀਂ ਉਵੇਂ ਤਪਣਾ ਨਹੀਂ। ਗੁਰੂ ਦੇ ਸ਼ਬਦ ਨੂੰ ਲੈ ਕੇ, ਗੁਰੂ ਦੇ ਕੋਲੋਂ ਗਿਆਨ ਲੈ ਕੇ, ਗੁਰੂ ਦੇ ਚਰਨਾਂ ਨਾਲ ਜੁੜ ਕੇ ਜੀਵਨ ਦੇ ਵਿੱਚ ਸੁੱਖ ਤੇ ਸ਼ਾਂਤੀ ਜਿਹੜੀ ਆ ਉਹ ਪ੍ਰਾਪਤ ਕਰਨੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਲਈ ਮੁਆਫੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।